ਸਾਰੇ ਬੱਚਿਆਂ ਦੀ ਪ੍ਰੋਬਲਮ ਇੱਕੋ ਹੀ ਆ ਕਿ ਅਸੀਂ ਫੀਸਾਂ ਭਰੀਆਂ ਨੇ ਪਰ ਸਾਨੂੰ ਸੀਟਾਂ ਨਹੀਂ ਦੇ ਰਹੇ, ਸਾਨੂੰ ਇਨਰੋਲਮੈਂਟ ਲੈਟਰ ਨਹੀਂ ਦੇ ਰਹੇ। ਠੀਕ ਹੈ, ਸਾਨੂੰ ਬਲਕਿ ਅਨਅਫੀਸ਼ੀਅਲ ਡ੍ਰੌਪ ਦੇ ਰਹੇ ਨੇ, ਜਿਹੜਾ ਕੋਈ ਵੀ ਲੈ ਕੇ ਰਾਜੀ ਨਹੀਂ। ਸਾਨੂੰ ਫੋਰਸਫੁਲੀ ਇਨਫੋਰਸ ਕਰ ਰਹੇ ਨੇ ਕਿ ਤੁਸੀਂ ਲਓ। ਇਹ ਸਾਰਿਆਂ ਨਾਲ ਹੋ ਰਿਹਾ ਆ, ਦੂਜੇ ਸਮੈਸਟਰ ਵਾਲਿਆਂ ਨਾਲ ਵੀ ਹੋ ਰਿਹਾ ਆ, ਤੀਜੇ ਸਮੈਸਟਰ ਵਾਲਿਆਂ ਨਾਲ ਵੀ ਹੋ ਰਿਹਾ, ਚੌਥੇ ਵਾਲਿਆਂ ਨਾਲ ਵੀ ਹੋ ਰਿਹਾ ਆ। ਸਾਰਿਆਂ ਨੂੰ ਅਨਅਫੀਸ਼ੀਅਲ ਡ੍ਰੌਪ ਦੇ ਰਹੇ ਨੇ ਆਊਟ ਆਫ ਨੋਵੇਅਰ, ਬਲਕਿ ਜਦ ਕਿ ਉਹਨਾਂ ਨੇ ਸਾਰਿਆਂ ਨੇ ਫੀਸਾਂ ਭਰੀਆਂ ਹੋਈਆਂ ਨੇ। ਮੇਰਾ ਆਪਦਾ F1G ਸੀਗਾ। ਹੁਣ ਇੱਥੇ ਹੁਣ ਕਈ ਵੀਰ ਹੁਣ ਵੇਖਦੇ ਪਏ ਆ ਵੀ ਜਿਨ੍ਹਾਂ ਦਾ ਆਪ ਸੈਕਿੰਡ ਸਮੈਸਟਰ ਸੀ। ਫਸਟ ਸਮੈਸਟਰ ਮੈਂ ਵਧੀਆ ਪਾਸ ਕੀਤਾ ਵਾ, ਵਧੀਆ ਨੰਬਰ ਆਏ ਆ। ਸੈਕਿੰਡ ਹੀ ਹੁਣ ਮੇਰੇ ਨਾਲ ਦੇ ਕਲਾਸ ਲਾਉਣ ਦੇ, ਮੇਰੀ ਨਹੀਂ ਕਲਾਸ ਲੱਗਦੀ ਪਈ। ਹੁਣ ਮੈਂ ਕਾਲਜ ਕੋਲ ਹੋ ਕੇ ਮੈਂ ਕਾਲਜ ਕੋਲ ਆਨਸਰ ਪੁੱਛਣਾ ਹੀ ਆ, ਕਾਲਜ ਕੋਈ ਆਨਸਰ ਹੀ ਨਹੀਂ ਹੈਗਾ ਇਹਨਾਂ ਕੋਲ। ਅਸੀਂ ਪਿਛਲਾ ਸਮੈਸਟਰ ਪੜ੍ਹੇ ਆ, ਸਾਡੇ ਸੈਕਸ਼ਨ ਦੇ ਵਿੱਚ 40 ਬੱਚੇ ਸੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਨਾ ਕਿੰਨੇ ਸੈਕਸ਼ਨ ਆ। ਘੱਟੋ ਘੱਟ 10-15 ਸੈਕਸ਼ਨ ਬਣਦੇ ਆ, 10-15 ਸੈਕਸ਼ਨ, ਹਰੇਕ ਇੰਡੀਵਿਜੂਅਲ ਸੈਕਸ਼ਨ ਦੇ ਵਿੱਚ 40 ਬੱਚੇ ਆ। ਸੋ ਇਹਨਾਂ ਕੋਲੇ ਚੱਕਰ ਉਹੀ ਆ ਨਾ ਜੀ, ਇਹਨਾਂ ਕੋਲੇ ਹੁਣ ਸਪੇਸ ਹੈ ਨਹੀਂ ਗੀ। ਤਾਂ ਉਹਨਾਂ ਨੇ ਐਟ ਦੀ ਐਂਡ ਮੇਲ ਕਰੀ ਕਿ 25 ਤੱਕ ਯਾਨੀ ਕਿ ਵੈਡਨਸਡੇ ਤੱਕ, ਬੁੱਧਵਾਰ ਤੱਕ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਕੀ ਡਿਸੀਜਨ ਆ। ਬਟ ਸਾਨੂੰ ਕੋਈ ਵੀ ਅਸ਼ੋਰੈਂਸ ਨਹੀਂ ਦਿੱਤੀ ਗਈ ਕਿ ਹਾਂਜੀ ਤੁਹਾਨੂੰ ਇਨਰੋਲਮੈਂਟ ਲੈਟਰ ਮਿਲੂਗੀ ਜਾਂ ਫਿਰ ਤੁਹਾਨੂੰ ਪੱਕਾ ਹੀ ਟਾਈਮ ਟੇਬਲ ਦਿੱਤਾ ਜਾਊਗਾ। ਕੋਈ ਘਰੋਂ ਕੰਬਲ ਲੈ ਕੇ ਆਇਆ, ਕੋਈ ਵਾਲਮਾਰਟ ਤੋਂ। ਅਸੀਂ ਸਾਰਿਆਂ ਨੇ ਫੰਡ ਰੇਜ਼ ਕੀਤਾ ਆਪਦਾ, ਸਾਥੋਂ ਜਿੰਨਾ ਹੋ ਸਕਿਆ $10-20 ਕਾਲਜ ਕੋਲ ਇੱਕ ਬਾਥਰੂਮ ਨਹੀਂ ਖੁੱਲਿਆ ਗਰਲਸ। ਤੁਸੀਂ ਇੱਥੋਂ ਸੋਚ ਲਓ, ਅਸੀਂ ਹਾਟਨ ਜਾ ਕੇ ਵਾਸ਼ਰੂਮ ਜਾ ਰਹੇ ਹਾਂ, ਟਿਮ ਹਾਟਨ ਜਾਂ ਪੀਜ਼ਾ ਕਿਤੇ ਹੋਰ ਜਾ ਕੇ ਵਾਸ਼ਰੂਮ ਯੂਜ਼ ਕਰ ਰਹੇ ਹਾਂ, ਪਰ ਇਹਨਾਂ ਨੇ ਵਾਸ਼ਰੂਮ ਨਹੀਂ ਖੋਲ੍ਹਿਆ ਸਾਡਾ। ਦੇਖੋ ਅਸੀਂ ਕੁੜੀਆਂ ਨੂੰ ਦੇਖ ਲਓ ਵੀ ਸਟੂਡੈਂਟ ਹੋ ਕੇ ਸਟੂਡੈਂਟ ਦਾ ਨਹੀਂ ਇਹ ਕਰਦੇ ਪਏ। ਇੱਕ ਗੱਲ ਆ, ਬਹੁਤ ਵੀਰ ਇਦਾਂ ਦੇ ਬੈਠੇ ਨੇ ਜਿਹੜੇ ਦੱਸ ਰਹੇ ਨੇ ਕਿ ਸਾਡਾ ਪਿਛਲਾ ਸਮੈਸਟਰ ਅਸੀਂ ਸਾਰੇ ਸਬਜੈਕਟਸ 'ਚੋਂ ਪਾਸ ਸੀ, ਹੁਣ ਸਾਡੀ ਇੱਕ ਇੱਕ ਕਰਕੇ ਸਬਲੀ ਕੱਢੀ ਜਾਂਦੇ ਨੇ। ਕਦੇ ਕਿਸੇ ਸੇ ਤੰਗ ਕਰ ਰਹੇ ਨੇ, ਮੇਨ ਕੰਮ ਇਹ ਹੈ ਜੀ, ਇਹ ਤੰਗ ਕਰ ਰਹੇ ਨੇ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਅਸੀਂ ਸਕਾਰਬਰੋ ਖੜੇ ਹਾਂ ਜੀ। ਸਕਾਰਬਰੋ ਜਿੱਥੇ ਅਲਫਾ ਇੰਟਰਨੈਸ਼ਨਲ ਅਕੈਡਮੀ ਆ। ਕੁਝ ਬੱਚੇ ਜਿਹੜੇ ਸਾਲ ਪਹਿਲਾਂ ਉਹਨਾਂ ਨੇ ਐਡਮਿਸ਼ਨ ਲਈ ਸੀ ਔਰ ਕਰੋਨਾ ਕਾਲ ਦੇ ਵਿੱਚ ਆਨਲਾਈਨ ਪੜ੍ਹਾਈ ਚੱਲ ਰਹੀ ਸੀ, ਪਰ ਜਦੋਂ ਉਹਨਾਂ ਦਾ ਟਾਈਮ ਆਇਆ ਕਾਲਜ ਆਉਣ ਦਾ ਤੇ ਉਦੋਂ ਜਦੋਂ ਉਹਨਾਂ ਨੇ ਫੀਸਾਂ ਵਗੈਰਾ ਸਾਲ ਦੀਆਂ ਦਿੱਤੀਆਂ ਸੀ, ਜਦੋਂ ਨੈਕਸਟ ਜਿਹੜੀ ਫੀਸ ਦੇਣੀ ਹੁੰਦੀ ਹੈ ਬੰਦਾ ਕਾਲਜ ਆਉਂਦਾ, ਕਿਉਂਕਿ ਇੱਥੇ ਪੜ੍ਹਾਈ ਚਾਲੂ ਹੋ ਗਈ ਹੈ। ਸੋ ਸਟੂਡੈਂਟ ਕਾਲਜ ਆ ਰਹੇ ਨੇ। ਜਦੋਂ ਕਾਲਜ ਆਏ ਇੱਥੇ ਉਹਨਾਂ ਨਾਲ ਕੁਝ ਹੋਰ ਹੀ ਭਾਣਾ ਵਾਪਰ ਗਿਆ ਸੀ, ਉਹਨਾਂ ਨੂੰ ਵੀ ਪੁੱਛਦੇ ਹਾਂ। ਸੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਕੀ ਬਾਈ ਜੀ ਘਟਨਾ ਹੋਈ, ਕੀ ਚੱਕਰ ਕੀ ਪੈ ਗਿਆ? ਦੇਖੋ ਵੀਰੇ, ਗੱਲ ਇਦਾਂ ਆ ਕਿ ਅਸੀਂ ਇੱਥੇ ਹਫਤਾ ਹੋ ਗਿਆ ਸਾਨੂੰ ਆਉਂਦਿਆਂ ਨੂੰ। ਸਾਰੇ ਬੱਚਿਆਂ ਦੀ ਪ੍ਰੋਬਲਮ ਇੱਕੋ ਹੀ ਆ ਕਿ ਅਸੀਂ ਫੀਸਾਂ ਭਰੀਆਂ ਨੇ ਪਰ ਸਾਨੂੰ ਸੀਟਾਂ ਨਹੀਂ ਦੇ ਰਹੇ, ਸਾਨੂੰ ਇਨਰੋਲਮੈਂਟ ਲੈਟਰ ਨਹੀਂ ਦੇ ਰਹੇ ਇਹ। ਠੀਕ ਹੈ, ਸਾਨੂੰ ਬਲਕਿ ਅਨਅਫੀਸ਼ੀਅਲ ਡ੍ਰੌਪ ਦੇ ਰਹੇ ਨੇ, ਜਿਹੜਾ ਕੋਈ ਵੀ ਲੈ ਕੇ ਰਾਜੀ ਨਹੀਂ। ਸਾਨੂੰ ਫੋਰਸਫੁਲੀ ਇਨਫੋਰਸ ਕਰ ਰਹੇ ਨੇ ਕਿ ਤੁਸੀਂ ਲਓ, ਬਲਕਿ ਸਾਡੇ 'ਚੋਂ ਕੋਈ ਵੀ ਰਾਜੀ ਨਹੀਂ ਆ। ਨਾ ਤਾਂ ਉਹ ਇਹਨਾਂ ਨੇ ਜਿਹੜੀ ਆਫਰ ਲੈਟਰ ਹੁੰਦੀ ਆ ਕਾਲਜ ਦੀ ਉਹਦੇ ਤੇ ਮੈਂਸ਼ਨ ਸੀਗਾ, ਨਾ ਇਹਨਾਂ ਨੇ ਸਾਨੂੰ ਪ੍ਰਾਇਰ ਨੋਟਿਸ ਦਿੱਤਾ ਸੀਗਾ ਵੀ ਅਸੀਂ ਤੁਹਾਨੂੰ ਡ੍ਰੌਪ ਦੇਵਾਂਗੇ। ਸੋ ਆਊਟ ਆਫ ਨੋਵੇਅਰ ਇਹ ਆ ਰਿਹਾ ਤੇ ਸਾਨੂੰ ਮਨਜ਼ੂਰ ਨਹੀਂ ਆ। ਨਹੀਂ, ਮੈਨੂੰ ਤੁਸੀਂ ਸ਼ੁਰੂ ਤੋਂ ਸ਼ੁਰੂ ਦੱਸੋ, ਜਦੋਂ ਤੁਸੀਂ ਇੱਥੇ ਫੀਸ ਭਰੀ ਹੈ, ਕਾਲਜ ਚੂਜ਼ ਕੀਤਾ, ਉਹਦੇ ਬਾਅਦ 'ਚ ਤੁਸੀਂ ਇੰਡੀਆ ਕਿੰਨਾ ਚਿਰ ਪੜ੍ਹਾਈ ਕੀਤੀ, ਇੱਥੇ ਕਿੰਨਾ ਚਿਰ ਹੋ ਗਿਆ ਇਹਨੂੰ? ਦੇਖੋ ਜੀ, ਮੋਸਟਲੀ ਸਾਰੇ ਇੱਥੇ ਆ ਕੇ ਹੀ ਉਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ। ਜਿਹੜੇ ਇੱਥੇ ਖੜੇ ਆ ਬੱਚੇ, ਠੀਕ ਆ, ਉਹਨਾਂ ਨੂੰ ਕਿਸੇ ਨੂੰ 1 ਸਮੈਸਟਰ ਹੋ ਗਿਆ ਆ, ਕਿਸੇ ਨੂੰ 2 ਸਮੈਸਟਰ ਹੋ ਗਏ ਆ, ਕਿਸੇ ਨੂੰ 3 ਹੋ ਗਏ ਆ। ਠੀਕ ਆ, ਇਹ ਸਾਰਿਆਂ ਨਾਲ ਹੋ ਰਿਹਾ ਆ, ਦੂਜੇ ਸਮੈਸਟਰ ਵਾਲਿਆਂ ਨਾਲ ਵੀ ਹੋ ਰਿਹਾ ਆ, ਤੀਜੇ ਸਮੈਸਟਰ ਵਾਲਿਆਂ ਨਾਲ ਵੀ ਹੋ ਰਿਹਾ, ਚੌਥੇ ਵਾਲਿਆਂ ਨਾਲ ਵੀ ਹੋ ਰਿਹਾ ਆ। ਸਾਰਿਆਂ ਨੂੰ ਅਨਅਫੀਸ਼ੀਅਲ ਡ੍ਰੌਪ ਦੇ ਰਹੇ ਨੇ ਆਊਟ ਆਫ ਨੋਵੇਅਰ, ਬਲਕਿ ਜਦ ਕਿ ਉਹਨਾਂ ਨੇ ਸਾਰਿਆਂ ਨੇ ਫੀਸਾਂ ਭਰੀਆਂ ਹੋਈਆਂ ਨੇ। ਮਹੀਨਾ ਪਹਿਲਾਂ ਅਸੀਂ ਸਾਰਿਆਂ ਨੇ ਫੀਸਾਂ ਭਰੀਆਂ ਨੇ ਤੇ ਫਿਰ ਵੀ ਸਾਨੂੰ ਕਹਿ ਰਿਹਾ ਕਿ ਤੁਹਾਡੀਆਂ ਸੀਟਸ ਕਨਫਰਮਡ ਨਹੀਂ ਆ। ਜਿਨ੍ਹਾਂ ਦਾ ਵੀਰ ਜੀ ਇੰਡੀਆ ਦਾ ਵੀਜ਼ਾ ਵੀ ਆ ਗਿਆ, ਉਹਨਾਂ ਨੂੰ ਵੀ ਅਜੇ ਸਟਿਲ ਕਹੀ ਜਾਂਦੇ ਤੁਸੀਂ ਵੇਟ ਕਰੋ। ਤੁਹਾਨੂੰ ਵੀਰੇ ਇੱਕ ਹੋਰ ਗੱਲ ਦੱਸਾਂ, ਆਹ ਵੀਰਾ ਇੰਡੀਆ ਤੋਂ 2 ਸਮੈਸਟਰਾਂ ਦੀ ਫੀਸ ਭਰ ਕੇ ਆਇਆ। ਆਪਾਂ ਸਾਰੇ ਇੰਡੀਆ ਤੋਂ ਭਰ ਕੇ ਆਉਂਦੇ ਆ। ਚੇਂਜ ਨਹੀਂ ਕੀਤਾ ਬਾਈ ਨੇ, ਕੁਝ ਨਹੀਂ ਕੀਤਾ। ਹਾਂਜੀ, ਬਾਈ ਨੇ ਕੋਈ ਚੇਂਜ ਨਹੀਂ ਕੀਤਾ। ਬਾਈ ਨੂੰ ਮੇਲ ਕਰਦੇ ਆ ਕਿ ਤੁਸੀਂ ਫੀਸ ਲੇਟ ਭਰੀ ਆ, ਅਸੀਂ ਤੁਹਾਨੂੰ ਤਾਂ ਨਹੀਂ ਸੀਟ ਦੇ ਰਹੇ। ਇਹ ਦੇਖੋ ਕਾਲਜ ਦੀ ਨਾਕਾਮਯਾਬੀ ਨਹੀਂ ਗੀ ਇਹ। ਨਹੀਂ, ਜਿਹੜੀ ਤੁਸੀਂ ਗੱਲ ਚੱਲ ਰਹੇ ਆ, ਜਦੋਂ ਆਪਾਂ ਇੰਡੀਆ ਤੋਂ ਆਉਨੇ ਆ, ਜਦੋਂ ਆਪਾਂ GIC ਵਗੈਰਾ ਭਰਦੇ ਆ, ਸਾਲ ਦੀ ਫੀਸ ਆਪਾਂ ਡਿਪੋਜ਼ਿਟ ਕਰ ਦਿੰਦੇ ਆ, 2 ਸਮੈਸਟਰਾਂ ਦੀ ਡਿਪੋਜ਼ਿਟ ਕਰ ਦਿੰਦੇ ਆ। ਉਹਦੇ ਬਾਅਦ 'ਚੋਂ ਆਪਾਂ ਇੱਥੇ ਆਉਨੇ ਆ। ਕਰੋਨਾ ਕਰਕੇ ਆਪਾਂ ਆਨਲਾਈਨ ਪੜ੍ਹਾਈ ਚੱਲ ਰਹੀ ਸੀ, ਜਦੋਂ ਤੁਹਾਨੂੰ ਕਾਲਜ ਸਟਾਰਟ ਹੋ ਗਿਆ। ਹੁਣ ਜਦੋਂ ਤੁਸੀਂ ਕਾਲਜ ਆਏ ਹੋ, ਹਾਲੇ ਤੱਕ ਤੁਸੀਂ ਕਾਲਜ ਇੱਕ ਦਿਨ ਵੀ ਨਹੀਂ ਲਾਇਆ? ਕਾਲਜ ਹਜੇ ਵੀ ਆਨਲਾਈਨ ਚੱਲਣਾ ਜੀ। ਆਹ ਸਮੈਸਟਰ ਸਾਨੂੰ ਇਹਨਾਂ ਨੇ ਮੇਲ ਕੀਤੀ ਸੀ ਕਿ ਸਪਰਿੰਗ ਤੇ ਵਿੰਟਰ ਜਿਹੜਾ ਸੀਜ਼ਨ ਆ, ਮਤਲਬ ਦੋਵੇਂ ਸਮੈਸਟਰ ਆ, ਉਹ ਆਨਲਾਈਨ ਹੀ ਚੱਲਣਗੇ। ਤੇ ਪਰ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਵੀ ਤੁਹਾਡੇ ਨਾਲ ਹੈਪਨ ਹੋ ਗਈ ਆ? ਹਾਂਜੀ, ਉਹ ਮੈਂ ਟਾਈਮ ਟੇਬਲ ਆ ਗਏ, ਸਾਡੇ ਟਾਈਮ ਟੇਬਲ ਨਹੀਂ ਆ ਗਏ।
ਅਸੀਂ ਕਾਲਜ ਨੂੰ ਮੇਲ ਕਰਦੇ ਸੀਗੇ, ਫੋਨ ਕਰਦੇ ਸੀਗੇ। ਕਾਲਜ ਜਾਂਦਾ ਸੀਗਾ ਵੀ 5 ਦਿਨ ਵੇਟ ਕਰੋ, ਸੋਮਵਾਰ ਤੱਕ ਵੇਟ ਕਰੋ, ਸ਼ਨੀਵਾਰ ਤੱਕ ਵੇਟ ਕਰੋ, ਆਇਆ ਨਹੀਂ। ਅਸੀਂ ਫਿਰ ਇੱਕ ਦਿਨ ਸਲਾਹ ਕੀਤੀ ਵੀ ਸਾਰੇ ਸੋਮਵਾਰ ਆਹ ਵਾਲੇ ਵੀਕ ਤੋਂ ਵੀ ਮੰਡੇ ਨੂੰ ਸਾਰੇ ਕਾਲਜ ਜਾਂਦੇ ਪੁੱਛ ਕੇ ਆਉਂਦੇ ਆ। ਮੰਡੇ ਨੂੰ ਆਏ ਆ, ਕਹਿੰਦੇ ਸੀਗੇ 1 ਦਿਨ ਵੇਟ ਕਰੋ, 2 ਦਿਨ ਵੇਟ ਕਰੋ। ਫਿਰ ਐਂ ਕਰਦਿਆਂ ਸਾਡਾ ਗਰੁੱਪ ਬਣਿਆ WhatsApp ਤੇ। ਹੁਣ ਇੱਕ ਗਰੁੱਪ 'ਚ 500 ਜਾਣਾ ਵਾ, ਇੱਕ ਗਰੁੱਪ 'ਚ 450 ਜਾਣਾ ਵਾ। ਹੁਣ ਜਾ ਕੇ ਸਾਨੂੰ ਸਿਚੁਏਸ਼ਨ ਦਾ ਪਤਾ ਲੱਗਦਾ ਵੀ ਇੰਨਾ ਕੁ ਜ਼ਿਆਦਾ ਇਹਨਾਂ ਕੋਲ ਬੱਚਾ ਵਾ। A ਤੋਂ ਲੈ ਕੇ Z ਤੱਕ ਸੈਕਸ਼ਨ ਆ ਇਹਨਾਂ ਕੋਲ। ਮੇਰਾ ਟੂਰਿਜ਼ਮ ਸੀਗਾ, ਮੇਰਾ ਆਪਦਾ F1G ਸੀਗਾ। ਹੁਣ ਇੱਥੇ ਹੁਣ ਕਈ ਵੀਰ ਹੁਣ ਵੇਖਦੇ ਪਏ ਆ ਵੀ ਜਿਨ੍ਹਾਂ ਦਾ ਆਪ ਸੈਕਿੰਡ ਸਮੈਸਟਰ ਸੀ। ਫਸਟ ਸਮੈਸਟਰ ਮੈਂ ਵਧੀਆ ਪਾਸ ਕੀਤਾ ਵਾ, ਵਧੀਆ ਨੰਬਰ ਆਏ ਆ। ਸੈਕਿੰਡ ਹੁਣ ਮੇਰੇ ਨਾਲ ਦੇ ਕਲਾਸ ਲਾਉਣ ਦੇ, ਮੇਰੀ ਨਹੀਂ ਕਲਾਸ ਲੱਗਦੀ ਪਈ। ਹੁਣ ਮੈਂ ਹੁਣ ਕਾਲਜ ਕੋਲ ਹੋ ਕੇ ਮੈਂ ਕਾਲਜ ਕੋਲ ਆਨਸਰ ਪੁੱਛਣਾ ਹੀ ਆ, ਕਾਲਜ ਕੋਈ ਆਨਸਰ ਹੀ ਨਹੀਂ ਹੈਗਾ ਇਹਨਾਂ ਕੋਲ। ਕਾਲਜ ਜਿਹੜੇ ਟੋਟਲ ਬੱਚੇ ਕਿੰਨੇ ਨੇ? ਟੋਟਲ ਬੱਚੇ ਦੇਖੋ ਜੀ ਸਾਨੂੰ ਆਈਡੀਆ ਹੈ ਨਹੀਂਗਾ, ਪਰ ਜਿੱਦਾਂ ਬਾਈ ਨੇ ਦੱਸਿਆ ਸੈਕਸ਼ਨ ਬਹੁਤ ਜ਼ਿਆਦਾ ਨੇ, ਜਿੱਦਾਂ JKL ਤੱਕ ਸੈਕਸ਼ਨ ਨੇ। ਅਸੀਂ ਪਿਛਲਾ ਸਮੈਸਟਰ ਪੜ੍ਹੇ ਆ, ਸਾਡੇ ਸੈਕਸ਼ਨ ਦੇ ਵਿੱਚ 40 ਬੱਚੇ ਸੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਹਨਾ ਕਿੰਨੇ ਸੈਕਸ਼ਨ ਆ। ਘੱਟੋ ਘੱਟ 10-15 ਸੈਕਸ਼ਨ ਬਣਦੇ ਆ, 10-15 ਸੈਕਸ਼ਨ, ਹਰੇਕ ਇੰਡੀਵਿਜੂਅਲ ਸੈਕਸ਼ਨ ਦੇ ਵਿੱਚ 40-40 ਬੱਚੇ ਆ। ਸੋ ਇਹਨਾਂ ਕੋਲੇ ਚੱਕਰ ਉਹੀ ਆ ਨਾ ਜੀ, ਇਹਨਾਂ ਕੋਲੇ ਹੁਣ ਸਪੇਸ ਹੈ ਨਹੀਂਗੀ। ਤੁਸੀਂ ਦੇਖ ਰਹੇ ਹੋ ਬਿਲਡਿੰਗ ਕਿੰਨੀ ਛੋਟੀ ਆ। ਹਾਂਜੀ ਦੇਖ ਰਹੇ ਆ ਪਿੱਛੇ ਜਿੰਨੇ ਤੁਸੀਂ ਬੱਚੇ ਦੱਸ ਰਹੇ ਇੰਨੇ ਤਾਂ ਮੈਨੂੰ ਲੱਗਦਾ ਬਿਲਡਿੰਗ ਚਾਉਣੀ ਨਹੀਂ। ਪ੍ਰੋਬਲਮ ਇਹੀ ਆ, ਇਹਨਾਂ ਨੇ ਆਨਲਾਈਨ ਕਲਾਸਾਂ ਦੇਖ ਕੇ ਇਹਨਾਂ ਨੇ ਐਨਰੋਲ ਕਰ ਲਏ, ਪੈਸਾ ਲੈ ਲਿਆ, ਬੱਚਿਆਂ ਦੀਆਂ ਫੀਸਾਂ ਫਸ ਚੁੱਕੀਆਂ ਨੇ। ਹੁਣ ਇਹ ਕੀ ਕਹਿ ਰਿਹਾ, ਸਾਡੇ ਕੋਲ ਸਪੇਸ ਹੈ ਨਹੀਂ, ਸਾਡੇ ਕੋਲ ਐਨਰੋਲਮੈਂਟ ਲਿਮਿਟੇਸ਼ਨਸ ਨੇ। ਜੇ ਤੁਹਾਡੇ ਕੋਲ ਐਨਰੋਲਮੈਂਟ ਲਿਮਿਟੇਸ਼ਨ ਸੀਗੀਆਂ, ਤੁਸੀਂ ਬੱਚਿਆਂ ਤੋਂ ਫੀਸਾਂ ਕਿਉਂ ਭਰਾਈਆਂ? ਕਿਉਂ ਤੁਸੀਂ ਉਹਨਾਂ ਦਾ ਇੰਨਾ ਟਾਈਮ ਦੇਖੋ ਜੀ। ਹੁਣ ਨਾ ਤਾਂ ਅਸੀਂ ਕਾਲਜ ਚੇਂਜ ਕਰਨ ਜੋਗੇ, ਸਾਡੇ 4 ਮਹੀਨੇ ਖਰਾਬ ਗਏ, ਸਾਡੀ ਇੱਕ ਫੀਸ ਖਰਾਬ ਗਈ। ਸਾਨੂੰ ਕਾਲਜ ਕਹਿ ਦੇਵੇ ਅਸੀਂ ਤੁਹਾਡੀ ਫੀਸ ਵਾਪਸ ਕਰਦੇ ਹਾਂ ਦੋਵੇਂ ਸਮੈਸਟਰਾਂ ਦੀ, ਅਸੀਂ ਮਨਜ਼ੂਰ ਕਰ ਲੈਂਦੇ ਹਾਂ। ਜਾਂ ਸਾਨੂੰ ਤੁਹਾਨੂੰ ਕੋਈ ਹੋਰ ਤੁਸੀਂ ਕੋਈ ਕਾਲਜ ਚੂਜ਼ ਕਰ ਸਕਦੇ ਹੋ। ਹਾਂਜੀ ਹੁਣ ਨਾ ਤਾਂ ਸਾਡੇ ਉਹ ਕੰਮ, ਨਾ ਸਾਡੇ ਉਹ ਕਿਤੇ ਕੰਮ ਆਉਣਾ ਆ 4 ਸਮੈਸਟਰ ਹਨਾ, ਜਿਹੜੇ 4 ਮਹੀਨੇ ਸੀ ਲਾਏ ਆ। ਇਹਨਾਂ ਨੇ ਕਾਲਜ ਛੱਡਿਆ, ਕਾਲਜ ਨਹੀਂ ਇਹਨਾਂ ਨੂੰ ਛੱਡਿਆ। ਹਾਂਜੀ PGWP ਵੇਲੇ ਪ੍ਰੋਬਲਮ ਕਿਹਨੂੰ ਆਉਣੀ ਆ? ਸਾਨੂੰ ਆਉਣੀ ਆ। ਕਾਲਜ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ, ਉਹਨਾਂ ਨੇ ਸਾਨੂੰ ਪੁੱਛਣਾ ਆ ਵੀ ਤੁਸੀਂ ਕੀ ਕਰਦੇ ਸੀਗੇ, ਤੁਸੀਂ ਉਦੋਂ ਕਿਉਂ ਨਹੀਂ ਮੁੱਦਾ ਚੱਕਿਆ। ਪਰ ਤੁਸੀਂ ਜੇ ਇਸ ਮੁੱਦੇ ਨੂੰ ਲੈ ਕੇ ਕਿਤੇ ਕਿਸੇ ਕਾਲਜ ਦੇ ਜਿਹੜੇ ਕੋਈ ਸੀਨੀਅਰ ਆ ਉਹਨਾਂ ਨੂੰ ਕਿਸੇ ਨੂੰ ਮਿਲੇ ਕਿ ਅਸੀਂ ਕੱਲ ਅਸੀਂ ਸਾਡੇ ਸਾਰਿਆਂ ਵੱਲੋਂ ਸਹਿਮਤੀ ਨਾਲ 3 ਜਿਹੜੇ ਰਿਪਰੈਜ਼ੈਂਟੇਟਿਵ ਆ ਉਹ ਚੁਣੇ ਗਏ ਸੀ। ਉਹ ਪਰਸੋਂ ਵੀ ਡਾਇਰੈਕਟਰ ਨੂੰ ਮਿਲ ਕੇ, ਪਰਸੋਂ ਡਾਇਰੈਕਟਰ ਨਾਲ ਕਾਲ ਤੇ ਗੱਲ ਕੀਤੀ ਸੀ, ਕੱਲ ਡਾਇਰੈਕਟਰ ਨਾਲ ਮੀਟਿੰਗ ਸੀ। ਠੀਕ ਹੈ, ਕੱਲ ਵੀ ਡਾਇਰੈਕਟਰ ਨੇ ਸਾਨੂੰ ਕੋਈ ਸੁਰ ਜਵਾਬ ਨਹੀਂ ਦਿੱਤਾ, ਨਾ ਉਹ ਰਿਟਨ ਦੇ ਵਿੱਚ ਦੇਣ ਨੂੰ ਤਿਆਰ ਸੀਗੇ। ਬਾਈ ਦਾ ਨਾਮ ਸੌਰਵ, ਉਹ ਬਾਈ ਡਟਿਆ ਰਿਹਾ। ਆ ਭੈਣ ਗਏ ਸੀਗੇ, ਇਹ ਡਟੇ ਰਹੇ ਹਨਾ। ਇਹ ਰਿਟਨ ਦੇ ਵਿੱਚ ਉਹਨਾਂ ਤੋਂ ਲੈ ਕੇ ਆਇਆ ਕਿ 25 ਤਰੀਕ ਤੱਕ ਸਾਨੂੰ ਕੋਈ ਉਹ ਸਾਡੇ ਫੇਵਰ ਦੇ ਵਿੱਚ ਡਿਸੀਜਨ ਲੈਣਗੇ। ਜੇ ਉਹ ਨਹੀਂ ਲੈਂਦੇ, ਸਾਡੇ ਕੋਲ ਉਹਨਾਂ ਦਾ ਰਿਟਨ ਦੇ ਵਿੱਚ ਈਮੇਲ ਪਈ ਆ, ਸਾਡੇ ਕੋਲ ਸਾਰਾ ਕੁਝ ਹੈਗਾ, ਫਿਰ ਅਸੀਂ ਉੱਦਾਂ ਅੱਗੇ ਚੱਲਾਂਗੇ। ਤੁਹਾਨੂੰ ਕੀ ਕਹਿੰਦੇ ਜੀ? ਸਾਨੂੰ ਉਹਨਾਂ ਨੇ ਪਹਿਲਾਂ ਤਾਂ ਕੋਈ ਅਸ਼ੋਰੈਂਸ ਨਹੀਂ ਦਿੱਤੀ। ਅਸੀਂ ਉਹਨਾਂ ਤੋਂ ਅਸ਼ੋਰੈਂਸ ਮੰਗੀ ਕਿ ਜਿੰਨਾ ਕੁਝ ਵੀ ਮੀਟਿੰਗ ਦੇ ਵਿੱਚ ਤੁਸੀਂ ਸਾਡੇ ਨਾਲ ਡਿਸਕਸ ਕਰ ਰਹੇ ਹੋ ਕਿ ਇੱਕ ਵਾਰ ਅਸੀਂ ਬਾਹਰ ਦੱਸਣਾ ਚਾਹੁੰਦੇ ਆ, ਸਾਡੇ ਜਿੰਨੇ ਵੀ ਸਾਥੀ ਨੇ ਸਾਨੂੰ ਉਹਨਾਂ ਨੇ ਇੱਕ ਵਾਰ ਦੱਸਣਾ ਚਾਹੁੰਦੇ ਆ। ਤਾਂ ਉਹ ਕਹਿੰਦੇ ਕਿ ਤੁਸੀਂ ਰਿਕਾਰਡ ਨਹੀਂ ਕਰ ਸਕਦੇ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਐਟਲੀਸਟ ਸਾਨੂੰ ਜੋ ਕਨਕਲੂਜਨ ਨਿਕਲਿਆ ਹੈ ਮੀਟਿੰਗ ਦਾ, ਸਾਨੂੰ ਇੱਕ ਰਿਟਨ ਪੇਪਰ ਦੇ ਵਿੱਚ ਲਿਖ ਕੇ ਦੇ ਦਿਓ ਤਾਂ ਕਿ ਜਿੰਨੇ ਸਟੂਡੈਂਟ ਬਾਹਰ ਵੇਟ ਕਰ ਰਹੇ ਨੇ ਅਸੀਂ ਉਹਨਾਂ ਨੂੰ ਦੱਸ ਸਕੀਏ। ਪਰ ਉਹ ਕਹਿੰਦੇ ਕਿ ਪਰ ਉਹ ਚੀਜ਼ ਉਹਨਾਂ ਨੇ ਨਹੀਂ ਦਿੱਤੀ। ਤਾਂ ਅਸੀਂ ਉੱਥੇ ਫਿਰ ਵੀ ਡਟੇ ਰਹੇ। ਅਸੀਂ ਕਿਹਾ ਕਿ ਚਲੋ ਮੇਲ ਕਰ ਦਿਓ ਸਾਨੂੰ ਕਿ ਜੋ ਵੀ ਕਨਕਲੂਜਨ ਨਿਕਲਿਆ ਆ, ਤਾਂ ਕਿ ਅਸੀਂ ਆਪਦੇ ਨਾਲ ਵਾਲਿਆਂ ਨੂੰ ਦਿਖਾ ਸਕੀਏ। ਤਾਂ ਉਹਨਾਂ ਨੇ ਐਟ ਦੀ ਐਂਡ ਮੇਲ ਕਰੀ ਕਿ 25 ਤੱਕ ਯਾਨੀ ਕਿ ਵੈਡਨਸਡੇ ਤੱਕ, ਬੁੱਧਵਾਰ ਤੱਕ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਕੀ ਡਿਸੀਜਨ ਆ। ਬਟ ਸਾਨੂੰ ਕੋਈ ਵੀ ਅਸ਼ੋਰੈਂਸ ਨਹੀਂ ਦਿੱਤੀ ਗਈ ਕਿ ਹਾਂਜੀ ਤੁਹਾਨੂੰ ਐਨਰੋਲਮੈਂਟ ਲੈਟਰ ਮਿਲੂਗੀ ਜਾਂ ਫਿਰ ਤੁਹਾਨੂੰ ਪੱਕਾ ਹੀ ਟਾਈਮ ਟੇਬਲ ਦਿੱਤਾ ਜਾਊਗਾ। ਸਾਨੂੰ ਕਿਹਾ ਗਿਆ ਕਿ ਮੀਟਿੰਗ ਕੰਡਕਟ ਕਰਾਂਗੇ ਅਸੀਂ, ਤੇ ਹੁਣ ਅੱਗੇ ਲਾਈਕ ਲੌਂਗ ਵੀਕਐਂਡ ਆ ਰਿਹਾ ਆ। ਤਾਂ ਉਹ ਕਹਿੰਦੇ ਕਿ ਹਜੇ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਲਈ, ਤਾਂ ਗੱਲ ਤੁਹਾਡੀ ਜਾਊਗੀ 25 ਤੱਕ। ਪਰ ਤੁਹਾਡਾ ਜਦੋਂ ਤੁਸੀਂ ਅੰਦਰ ਗਏ ਹੋ, ਉਹਨਾਂ ਦਾ ਪਹਿਲਾਂ ਬਿਹੇਵੀਅਰ ਕਿਹੋ ਜਿਹਾ ਸੀ ਅੰਦਰ? ਤੁਹਾਨੂੰ ਮਤਲਬ ਲੱਗਿਆ ਉਹਨਾਂ ਨਾਲ ਗੱਲ ਕਰਕੇ ਵੀ ਉਹਨਾਂ ਦਾ ਬਿਹੇਵੀਅਰ ਥੋੜਾ ਜਿਹਾ ਗੁੱਡ ਹੈ ਕਿ ਥੋੜਾ ਰੂਡ ਹੈ ਜਾਂ ਕਿਦਾਂ? ਬਿਹੇਵੀਅਰ ਉਹਨਾਂ ਦਾ ਨੋ ਆਫੈਂਸ ਕੱਲ ਬਹੁਤ ਵਧੀਆ ਸੀਗਾ। ਤਾਂ ਪਰਸੋਂ ਅਸੀਂ ਸੁਣਿਆ ਸੀ ਕਿ ਪਰਸੋਂ ਕਹਿ ਰਹੇ ਸੀਗੇ ਰਿਸੈਪਸ਼ਨ ਤੇ ਕਿ ਹਾਂਜੀ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ। ਬਟ ਹਾਂ, ਕੱਲ ਉਹਨਾਂ ਦਾ ਬਿਹੇਵੀਅਰ ਕਾਫੀ ਵਧੀਆ ਸੀਗਾ, ਅੱਗੇ ਨਾਲੋਂ ਬੈਟਰ ਸੀਗਾ। ਬਟ ਪਰਸੋਂ ਕਹਿ ਰਹੇ ਸੀ ਕਿ ਰਿਸੈਪਸ਼ਨ ਤੇ ਜਦੋਂ ਗਏ ਤਾਂ ਕਹਿੰਦੇ ਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ। ਤਾਂ ਇਹ ਕੋਈ ਗੱਲ ਨਹੀਂ ਹੁੰਦੀ, ਅਸੀਂ ਇੰਟਰਨੈਸ਼ਨਲ ਸਟੂਡੈਂਟ ਆ, ਵੀ ਆਰ ਪ੍ਰਾਊਡਲੀ ਇੰਟਰਨੈਸ਼ਨਲ ਸਟੂਡੈਂਟ। ਤਾਂ ਸਾਨੂੰ ਇਸ ਵਿੱਚ ਕੋਈ ਸ਼ਰਮ ਨਹੀਂ ਹੈਗੀ। ਅਸੀਂ ਖੁਦ ਆਪਦੇ ਘਰ ਤੋਂ ਫੀਸਾਂ ਭਰ ਕੇ ਆ ਰਹੇ ਹਾਂ। ਤੁਸੀਂ ਸਾਨੂੰ ਐਨਰੋਲਮੈਂਟ ਲੈਟਰ ਨਹੀਂ ਦੇ ਰਹੇ ਤਾਂ ਉਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੈਗਾ, ਇਹ ਕਾਲਜ ਦਾ ਫਾਲਟ ਹੈਗਾ। ਤਾਂ ਇਹ ਸਹੀ ਨਹੀਂ ਹੋ ਰਿਹਾ ਸਾਡੇ ਨਾਲ। ਇੱਕ ਵੀਰੇ ਹੋਰ ਗੱਲ ਮੈਂ ਦੱਸਣਾ ਚਾਹੂੰਗਾ, ਗੱਲ ਆਪਣੀ ਵਿੱਚ ਰਹਿ ਗਈ। ਪਰਸੋਂ ਜਿਹੜੇ ਅਸੀਂ 3 ਬੁਲਾਰੇ ਬਣਾਏ ਸੀ, ਜਿਹੜੇ ਰਿਪਰੈਜ਼ੈਂਟੇਟਿਵ ਬਣਾਏ ਸੀ, ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੂੰ ਲੱਗਿਆ ਵੀ ਉਹ ਬੋਲ ਰਹੇ ਨੇ, ਉਹ ਅੱਗੇ ਨੇ। ਉਹਨਾਂ ਨੂੰ ਸ਼ਾਮ ਨੂੰ ਇਹਨਾਂ ਨੇ ਕੀ ਕੀਤਾ ਕਿ ਸਕੈਜੂਲ ਭੇਜਤਾ ਤਾਂ ਕਿ ਉਹ 3 ਕੀ ਕਰਨ, ਉਹ ਚੁੱਪ ਕਰ ਜਾਣ। ਤੇ ਹਾਂਜੀ, ਡਿਵਾਈਡ ਐਂਡ ਰੂਲ ਵਾਲਾ ਕੰਮ ਕੀਤਾ, ਉਹ 3 ਚੁੱਪ ਕਰ ਜਾਣ, ਇਹ ਦਬ ਜਾਣਗੇ। ਸੋ ਕੱਲ ਵੀ ਇਹਨਾਂ ਨੇ ਐਂ ਕੀਤਾ। ਕੱਲ ਅਸੀਂ ਅੱਜ ਪਤਾ ਕੀ ਹੋਇਆ ਵੀਰੇ, ਅੱਜ ਸਾਨੂੰ ਈਮੇਲ ਆਉਂਦੀ ਆ ਕਿ ਅੱਜ ਤੁਹਾਨੂੰ ਅਸੀਂ ਮਤਲਬ ਐਨਰੋਲ ਕਰਨ ਜਾ ਰਹੇ ਆ, ਤੁਸੀਂ ਆਪਣਾ ਸਕੈਜੂਲ ਲੈ ਜਾਓ ਤੇ ਘਰ ਚੱਲ ਜਾਓ। ਬਾਈ ਅੰਦਰ ਗਿਆ, ਇੱਕ ਮਿੰਟ, ਮੇਨ ਤਾਂ ਉਹਨਾਂ ਦਾ ਮਤਲਬ ਤਾਂ ਇਹੀ ਆ ਨਾ
ਵੀਰਾ ਅੰਦਰ ਜਾ ਕੇ ਆਇਆ, ਬਾਈ ਨੇ ਗੱਲ ਕੀਤੀ ਕਿ ਅਸੀਂ ਮਤਲਬ ਸਕੈਜੂਲ ਲੈਣ ਨੂੰ ਤਿਆਰ ਆ, ਸਾਨੂੰ ਨਾਲ ਇਨਰੋਲਮੈਂਟ ਲੈਟਰ ਵੀ ਚਾਹੀਦਾ ਆ। ਅੰਦਰੋਂ ਉਹ ਕੀ ਜਵਾਬ ਦਿੰਦੇ ਆ ਕਿ ਇਹ ਸਾਡੇ ਹੱਥ ਵਿੱਚ ਨਹੀਂ ਆ, ਅਸੀਂ ਤੁਹਾਨੂੰ ਇਨਰੋਲਮੈਂਟ ਲੈਟਰ ਨਹੀਂ ਦੇ ਸਕਦੇ। ਕੀ ਮਤਲਬ ਆ? ਉਹ ਮਤਲਬ ਸਾਨੂੰ ਮਿੱਠੀ ਗੋਲੀ ਦੇ ਕੇ ਘਰੇ ਤੋਰਨਾ ਚਾਹੁੰਦੇ ਆ ਵੀ ਇੱਕ ਵਾਰੀ ਇਹ ਚੱਲ ਜਾਣ, ਫਿਰ ਅਸੀਂ ਮਤਲਬ ਆਪੇ ਦੇਖ ਲਾਂਗੇ, ਹਨਾ। ਜਦੋਂ ਤੁਸੀਂ ਇੱਥੇ 에ਅਰਪੋਰਟ ਤੇ ਉਤਰਦੇ ਹੋ ਤੁਹਾਨੂੰ ਇੱਕ ਮੈਂਸ਼ਨ ਕੀਤਾ ਜਾਂਦਾ ਵੀ ਆਹ ਤੁਹਾਡਾ ਸਟੱਡੀ ਪਰਮਿਟ ਆ ਤੁਹਾਡਾ ਵਰਕ ਆ ਜਿਹੜਾ 20 ਆਵਰ ਆਪਾਂ ਕਰ ਸਕਦੇ ਆ, ਉਹ ਤੋਂ ਵੱਧ ਨਹੀਂ ਕਰ ਸਕਦੇ, ਪਰ ਉਹਦੇ ਵਿੱਚ ਕਿਤੇ ਮੈਂਸ਼ਨ ਕੀਤਾ ਗਿਆ ਸੀ ਜਾਂ ਉਹ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਲੈਟਰ ਆਈ ਸੀ ਇਸ ਤਰ੍ਹਾਂ ਦਾ ਕੋਈ ਚੀਜ਼? ਮੈਂ ਤੁਹਾਨੂੰ ਦੱਸਦਾ ਜੀ, ਅੱਧੇ ਬੱਚੇ ਇੱਥੇ ਆਏ ਆ ਜਿਨ੍ਹਾਂ ਨੇ ਕਾਲਜ ਇੱਥੇ ਆ ਕੇ ਚੇਂਜ ਕੀਤਾ ਆ। ਅੱਜ ਆਹ ਬਾਈ ਜਿਵੇਂ ਅੱਧੇ ਇੱਦਾਂ ਦੇ ਨੇ, ਉਹ ਇੰਡੀਆ ਤੋਂ ਹੀ ਆਹ ਕਾਲਜ ਲੈ ਕੇ ਆਏ ਨੇ। ਸੋ ਉਹ ਚੀਜ਼ ਆਪਾਂ ਨੂੰ LOI ਜਿਹੜੀ ਲੈਟਰ ਆਫ ਐਕਸੈਪਟੈਂਸ ਆ LOA, ਉਹਦੇ ਵਿੱਚ ਮੈਂਸ਼ਨ ਹੁੰਦੀ ਆ ਕਿ ਤੁਹਾਨੂੰ ਡ੍ਰੌਪ ਮਿਲੂਗਾ ਕਿ ਨਹੀਂ ਮਿਲੂਗਾ। ਸੋ ਇੱਥੇ ਜਿੰਨੇ ਵੀ ਸਟੂਡੈਂਟਸ ਖੜੇ ਆ ਉਹਨਾਂ ਦੇ ਕਿਸੇ ਵੀ ਜਿਹੜੇ ਮਤਲਬ ਆਫਰ ਲੈਟਰ ਦੇ ਵਿੱਚ ਇਹ ਮੈਂਸ਼ਨ ਨਹੀਂਗਾ ਕਿ ਤੁਹਾਨੂੰ ਡ੍ਰੌਪ ਦਿੱਤਾ ਜਾਊ। ਸੋ ਮਤਲਬ ਇਹ ਮਤਲਬ ਆਬਵੀਅਸਲੀ ਗੱਲ ਧੱਕੇ ਨਾਲ ਦੇ ਰਿਹਾ ਤੁਹਾਨੂੰ, ਅਫੀਸ਼ੀਅਲ ਨਹੀਂ ਦੇ ਰਹੇ, ਨਾ ਤੁਸੀਂ ਕੰਮ ਕਰਨ ਜੋਗੇ ਹੋ ਨਾ ਤੁਸੀਂ ਕੁਝ ਕਰਨ ਜੋਗੇ। ਆਪਾਂ ਧੱਕੇ ਨਾਲ ਕਿਸੇ ਨੂੰ ਕੋਈ ਕੰਮ ਨਹੀਂ ਕਰਾ ਸਕਦੇ। ਮੈਂ ਤੁਹਾਨੂੰ ਕੋਈ ਕਹਿਣਾ ਤੁਸੀਂ ਧੱਕੇ ਨਾ ਕਰੋ, ਤੁਸੀਂ ਕਰ ਲਓਗੇ? ਕੋਈ ਨਹੀਂ ਕਰਦਾ ਵੀਰੇ। ਇਹ ਸਾਨੂੰ ਧੱਕੇ ਨਾਲ ਡ੍ਰੌਪ ਦੇ ਰਿਹਾ, ਅਸੀਂ ਨਹੀਂ ਲੈਣਾ ਚਾਹੁੰਦੇ, ਅਸੀਂ ਇਸ ਫੇਵਰ ਦੇ ਵਿੱਚ ਨਹੀਂ ਹੈਗੇ। ਅਸੀਂ ਆਪਣੀ ਸਟੱਡੀ ਕੰਟੀਨਿਊ ਕਰਨੀ ਆ ਜਿੰਨੀ ਛੇਤੀ ਹੋ ਸਕੇ। ਦੇਖੋ ਜੀ, ਸਾਰੇ ਆਪਦਾ ਮਤਲਬ ਲੈ ਕੇ ਆਏ ਆ। ਕਿਸੇ ਨੇ ਇੰਡੀਆ ਮੁੜਨਾ, ਕਿਸੇ ਨੇ ਵਰਕ ਪਰਮਿਟ ਕਰਨਾ ਆ, ਕੁਝ ਵੀ ਕਰਨਾ ਹੈ, ਹਨਾ, ਅੱਗੇ ਪ੍ਰੋਸੈਸ। ਹਾਂਜੀ ਹਾਂਜੀ, ਉਹ ਫਿਰ ਆਪਦੀ ਸਟੱਡੀ ਸਾਰਿਆਂ ਦੀ ਪਲਾਨਡ ਆ। ਸੋ ਸਾਡਾ ਫਿਊਚਰ ਕਿਉਂ ਖਰਾਬ ਹੋਵੇ ਜੇ ਕਾਲਜ ਦੀ ਨਾਕਾਮਯਾਬੀ ਆ? ਅਸੀਂ ਕਿਉਂ ਸਫਰ ਕਰੀਏ? ਪਰ ਤੁਸੀਂ ਇਹਦੇ ਵਿੱਚ ਜੇ ਆਪਾਂ ਜਿਹੜੀ ਗੱਲ ਦੇਖੀ ਜਾਵੇ, ਜਿਵੇਂ ਤੁਸੀਂ ਕਿਹਾ ਵੀ ਕਿਸੇ ਨੂੰ ਕੋਈ ਉਹ ਪਾੜ ਰਹੇ ਆ, ਕੋਈ ਸਟੱਡੀ ਲੈ ਕੇ ਆਇਆ, ਕਿਸੇ ਨੇ ਇੱਥੇ ਆ ਕੇ ਕਾਲਜ ਚੇਂਜ ਕੀਤਾ, ਜਿਹੜੀ ਤੁਹਾਡੀ ਟੋਟਲ, ਜੇ ਤੁਸੀਂ ਪਿੱਛੇ ਜੇ ਸੁਣਿਆ ਹੋਵੇ ਵੀ ਮੌਂਟਰੀਅਲ ਇਦਾਂ ਹੀ ਹੋਇਆ ਸੀ, ਜਿਹੜੀ ਮੇਨ ਰੀਜ਼ਨ ਕੀ ਆ ਵੀ ਬਿਲਡਿੰਗ ਓਡੀ ਹੈ ਨਹੀਂ। ਹਾਂਜੀ ਐਡਮਿਸ਼ਨਾਂ ਅਸੀਂ ਜ਼ਿਆਦਾ ਕਰ ਲੀਆਂ ਜੀ। ਦੇਖੋ ਇਹਦੇ ਵਿੱਚ ਹੁਣ 500 ਬੱਚਾ ਕਿੱਦਾਂ ਕਲਾਸ ਲਾ ਲੂਗਾ ਜੀ? ਕਿੱਡੀ ਕਿ ਬਿਲਡਿੰਗ ਹੈ ਇਹ, ਹਨਾ। ਸੋ ਕਿੰਨੇ ਕਮਰੇ ਤੁਹਾਨੂੰ ਕੋਈ ਹੈ ਆਈਡੀਆ? ਅੰਡਰ ਐਂਟਰੀ ਨਹੀਂ ਹੋਣ ਦਿੰਦੇ। ਕੱਲ ਨੂੰ ਐਂਟਰ ਇੱਕ ਦਿਨ ਵੀ ਨਹੀਂ ਅੱਜ ਤੱਕ। ਕੱਲ ਰਾਤ ਨੂੰ ਇੱਥੇ ਕੁੜੀਆਂ ਸੀਗੀਆਂ। ਗੱਲ ਇਦਾਂ ਹੀ ਕਿਉਂਕਿ ਕਾਲਜ ਆਨਲਾਈਨ ਚੱਲ ਰਿਹਾ ਸੀਗਾ। ਵੀਰ ਜੀ ਤੁਹਾਨੂੰ ਦੱਸ ਦੇ 1 ਮਿੰਟ ਵੀਰ ਜੀ, ਕੱਲ ਅੰਦਰ ਕੁੜੀਆਂ ਸੀਗੀਆਂ, ਇੱਥੇ ਰਾਤ ਪ੍ਰੋਟੈਸਟ ਕੀਤਾ, ਉਹਨਾਂ ਨੇ ਕੁੜੀਆਂ ਨੂੰ ਅੰਦਰ ਵਾਸ਼ਰੂਮ ਯੂਜ਼ ਕਰਨ ਦਿੱਤਾ। ਕੁੜੀਆਂ ਇੱਥੋਂ ਦੀ ਸਟੂਡੈਂਟ ਆ, ਇਹਨਾਂ ਨੇ ਫੀਸ ਪੇ ਕੀਤੀ ਆ। ਕਿਹੜਾ ਕੋਈ ਬੰਦਾ ਇੱਥੇ ਕੋਈ ਪੀਸਫੁਲ ਪ੍ਰੋਟੈਸਟ ਹੋਇਆ? ਆਹ ਦੇਖੋ ਅੱਜ ਮੈਨੂੰ ਮੇਲ ਆਈ ਆ, ਕਹਿੰਦੇ ਆ ਤੁਹਾਨੂੰ ਟਿਊਸਡੇ ਨੂੰ 24 ਮਈ ਨੂੰ ਮੇਲ ਆ ਜਾਏਗਾ, ਤੁਹਾਡਾ ਟਾਈਮ ਟੇਬਲ ਆ ਜਾਏਗਾ। ਜੇ ਨਾ ਆਇਆ ਤੁਸੀਂ ਫਰੰਟ ਡੈਸਕ ਨੂੰ ਮੇਲ ਕਰੋ। ਫਰੰਟ ਡੈਸਕ ਨੂੰ ਮੇਲ ਕਰ, ਸਾਨੂੰ 24-25 ਦਿਨ ਹੋ ਗਏ ਆ, ਫਰੰਟ ਡੈਸਕ ਦਾ ਇੱਕ ਵੀ ਰਿਪਲਾਈ ਨਹੀਂ ਆ ਰਿਹਾ। ਗੱਲ ਫੇਰ ਸਾਨੂੰ ਸੇਮ ਉਹ ਚੀਜ਼ ਖੇਡ ਰਹੇ ਆ। ਜੇ ਸਾਨੂੰ ਇਨਰੋਲਮੈਂਟ ਦੇਣ ਜਾ ਰਹੇ ਆ, ਸਾਨੂੰ ਅੱਜ ਇਨਰੋਲਮੈਂਟ ਲੈਟਰ ਦੇ ਦੇਣ, ਡਾਇਰੈਕਟਰ ਸਾਈਨ ਕਰਕੇ ਦੇ ਦੇ, ਅਸੀਂ ਚੱਲ ਜਾਂਦੇ ਆ। ਇੱਥੇ ਕੋਈ ਵੀ ਬੱਚਾ ਇਹ ਨਹੀਂ ਕਹਿ ਰਿਹਾ ਵੀ ਹਾਂ ਸਾਨੂੰ ਇਨਰੋਲਮੈਂਟ ਲੈਟਰ ਮਿਲ ਜੂਗਾ, ਅਸੀਂ ਫਿਰ ਵੀ ਪ੍ਰੋਟੈਸਟ ਕਰਾਂਗੇ। ਜਦੋਂ ਸਾਨੂੰ ਇਨਰੋਲਮੈਂਟ ਹੀ ਮਿਲ ਗਈ, ਅਸੀਂ ਕੀ ਕਰਨਾ ਹੈ ਪ੍ਰੋਟੈਸਟ ਲੈ? ਨਾਲੇ ਵੀਰ ਜੀ ਸਾਡੇ ਆਫਰ ਲੈਟਰ ਤੇ ਲਿਖਿਆ ਵਾ ਵੀ 4 ਸਮੈਸਟਰ ਸਾਡੇ ਕੰਟੀਨਿਊਸ ਆ। ਸਾਡੇ ਕੰਟੀਨਿਊਸ ਜਦੋਂ ਪਹਿਲੇ ਬ੍ਰੇਕ ਹੈ ਨਹੀਂ, ਇਹ ਸਾਨੂੰ ਕਿੱਦਾਂ ਦੇ ਸਕਦੇ ਆ? ਫਿਰ ਜਦੋਂ ਦੇ ਨਹੀਂ ਸਕਦੇ, ਜਦੋਂ ਬ੍ਰੇਕ ਹੈ ਹੀ ਨਹੀਂ, ਜਦੋਂ ਜੋ ਸਾਡੇ ਲੀਗਲ ਡਾਕੂਮੈਂਟ 'ਚ ਫਿਰ ਖੇਡਦੇ ਪਏ ਆ, ਕੱਲ ਨੂੰ ਅਸੀਂ ਫਸਦੇ ਆ। ਕਾਲਜ ਨੇ ਕੀ ਜਾਣਾ? ਕਾਲਜ ਨੇ ਕਹਿਣੀ ਇਹਨਾਂ ਨੇ ਆਪ ਬ੍ਰੇਕ ਲਈ ਆ। ਅਸੀਂ ਜਦੋਂ ਲੈਣੀ ਨਹੀਂ ਹੈਗੀ, ਅਸੀਂ ਪੜ੍ਹਾਈ ਕੰਟੀਨਿਊਸ ਕਰਨੀ ਆ। ਤੁਹਾਡੇ ਗਾਂ ਜਾਣੀ ਦੀ ਪਰਮਿਟ ਦੇ ਉਹਦੇ ਉੱਤੇ ਇਫੈਕਟ ਪਊਗਾ ਜਿਹਦੇ ਪਏਗਾ, A to Z ਚੀਜ਼ ਤੇ ਪਏਗਾ। ਦੇਖੋ ਐਦਾਂ ਨਹੀਂ, ਆਪਾਂ 150 ਦਿਨਾਂ ਤੋਂ ਵੱਧ ਵਿਹਲੇ ਨਹੀਂ ਰਹਿ ਸਕਦੇ। ਚਲੋ ਇਹਨਾਂ ਦਾ ਤਾਂ ਅਨਅਫੀਸ਼ੀਅਲ ਹੋ ਵੀ ਗਿਆ ਇਹ। ਚਲੋ ਆਪਾਂ ਹੁਣ ਇਹ ਕੀ ਕਹਿਣਗੇ ਵੀ ਕਾਲਜ ਨੇ ਸਾਨੂੰ ਅਨਅਫੀਸ਼ੀਅਲ ਡ੍ਰੌਪ ਦਿੱਤਾ, ਇਹ ਕਹਿੰਦੇ ਆ ਤੁਸੀਂ ਐ ਨਹੀਂ ਲੈ ਸਕਦੇ, ਹਨਾ। ਜਦੋਂ ਇਮੀਗ੍ਰੇਸ਼ਨ ਨੇ ਅੱਗੋਂ ਪੁੱਛਣਾ ਆ, ਆਪਾਂ ਕੀ ਜਵਾਬ ਦੇਵਾਂਗੇ? ਜੇ ਅਫੀਸ਼ੀਅਲ ਲੈਟਰ ਦਿੰਦੇ ਆ, ਚਲੋ ਆਪਾਂ ਵਰਕ ਪਰਮਿਟ ਦੇ ਨਾਲ ਉਹ ਲਾ ਦਿੰਦੇ ਆ। ਹੁਣ ਜਿਨ੍ਹਾਂ ਨੇ ਕਾਲਜ ਚੇਂਜ ਕੀਤੇ ਹੋਇਆ, ਮੰਨ ਲਓ ਮੈਂ ਕਾਲਜ ਚੇਂਜ ਕੀਤਾ ਹੋਇਆ, ਮੈਂ ਪਹਿਲਾਂ ਹੀ 3 ਮਹੀਨੇ ਵਿਹਲੇ ਬਹਿ ਚੁੱਕਿਆ, ਮੇਰੇ ਕੋਲ ਉਹਦਾ ਰੀਜ਼ਨ ਆ ਕਿ ਮੈਂ ਕਾਲਜ ਚੇਂਜ ਕੀਤਾ, ਮੈਂ ਆਫਰ ਲੈਟਰ ਅਪਲਾਈ ਕੀਤੀ, ਉਹਦਾ ਪ੍ਰੋਸੈਸ ਆ, ਟਾਈਮ ਲੱਗਦਾ ਆ। ਮੈਂ ਹੁਣ ਉਹਨਾਂ ਨੂੰ ਕੀ ਜਵਾਬ ਦਊਂਗਾ ਵੀ ਮੈਂ ਕਿਉਂ ਘਰੇ ਬੈਠਾ ਰਿਹਾ, ਮੈਂ ਕੀ ਕੀਤਾ ਘਰੇ ਬਹਿ ਕੇ, ਮੇਰਾ ਖਰਚਾ ਕਿੱਦਾਂ ਚੱਲਿਆ? ਉਹਨਾਂ ਨੇ ਸਾਰਾ ਚੀਜ਼ ਲੀਗਲ ਪੁੱਛਣੀ ਆ ਉਹਨਾਂ ਨੇ ਵੀ ਕਿੱਦਾਂ ਕੀਤਾ ਤੁਸੀਂ। ਤੁਹਾਡੇ ਚਾਹੇ ਤੁਸੀਂ ਵਰਕ ਪਰਮਿਟ ਲੈਣਾ, ਚਾਹੇ ਤੁਸੀਂ PR ਲੈਣੀ ਆ ਜਾਂ ਕਿਤੇ ਜੌਬ ਵੀ ਕਰਨੀ ਆ, ਉਹ ਜਾਂ ਸਾਰੀ ਸਟੇਟਮੈਂਟ ਦੇਣੀ ਪਊ, ਇੱਕ ਸਕੇਜੂਲ ਤਾਂ ਬਣਾਉਣਾ ਪੈਂਦਾ। ਤੁਹਾਨੂੰ ਪਤਾ ਇਹ ਤੇ ਸਾਰਾ ਕੁਝ ਲੀਗਲ ਬੇਸ, ਅਸੀਂ ਵੀ ਲੀਗਲ ਬੇਸ ਤੇ ਆਏ, ਅਸੀਂ ਇਲੀਗਲ ਬੇਸ ਤੇ ਤਾਂ ਆਏ ਨਹੀਂਗੇ। ਸਾਡਾ ਪ੍ਰੋਪਰ ਵੀਜ਼ੇ ਲੱਗੇ ਆ, ਸਾਰਾ ਕੁਝ ਪ੍ਰੋਪਰਲੀ ਹੋਇਆ ਆ। ਸੋ ਇਹ ਮਤਲਬ ਉਹੀ ਗੱਲ ਆ ਨਾ, ਫਿਰ ਹੁਣ ਇਹ ਕਾਲਜ ਦੀ ਨਾਕਾਮਯਾਬੀ ਆ ਵੀ ਉਹ ਸਾਨੂੰ ਇਨਰੋਲਮੈਂਟ ਕਰਨ ਚ ਮਤਲਬ ਨਾਕਾਮਯਾਬ ਹੋ ਰਿਹਾ। ਸਫਰ ਅਸੀਂ ਕਰਦੇ ਪਏ ਆ। ਹਾਂਜੀ, ਅਸੀਂ ਸਮਾਨ ਵੀ ਇੱਥੇ ਬਾਹਰ ਪਿਆ, ਮੈਂ ਦੇਖਿਆ ਗੱਦੇ ਗੁੱਦੇ ਤੁਸੀਂ ਰਾਤ ਇੱਥੇ ਕੱਟੀ। ਰਾਤ ਅਸੀਂ ਇੱਥੇ ਪ੍ਰੋਟੈਸਟ ਆਪਦਾ ਜਾਰੀ ਰੱਖਿਆ ਸੀਗਾ। ਸਾਡੇ ਸਾਰਿਆਂ ਦੀ ਸਹਿਮਤੀ ਸੀਗੀ। ਕੋਈ ਘਰੋਂ ਕੰਬਲ ਲੈ ਕੇ ਆਇਆ, ਕੋਈ ਵਾਲਮਾਰਟ ਚੋਂ, ਅਸੀਂ ਸਾਰਿਆਂ ਨੇ ਫੰਡ ਰੇਜ਼ ਕੀਤਾ ਆਪਦਾ, ਸਾਥੋਂ ਜਿੰਨਾ ਹੋ ਸਕਿਆ $10-20 ਕਾਲਜ ਕੋਲ ਇੱਕ ਬਾਥਰੂਮ ਨਹੀਂ ਖੁੱਲਿਆ ਗਰਲਸ ਵਾਸਤੇ। ਤੁਸੀਂ ਇੱਥੋਂ ਸੋਚ ਲਓ, ਅਸੀਂ ਹਾਟਨ ਜਾ ਕੇ ਵਾਸ਼ਰੂਮ ਜਾ ਰਹੇ ਹਾਂ, ਟਿਮ ਹਾਟਨ ਜਾਂ ਪੀਜ਼ਾ ਕਿਤੇ ਹੋਰ ਜਾ ਕੇ ਅਸੀਂ ਵਾਸ਼ਰੂਮ ਯੂਜ਼ ਕਰ ਰਹੇ ਹਾਂ, ਪਰ ਇਹਨਾਂ ਨੇ ਵਾਸ਼ਰੂਮ ਨਹੀਂ ਖੋਲਿਆ ਸਾਡੇ ਲਈ। ਦੇਖੋ ਅਸੀਂ ਕੁੜੀਆਂ ਨੂੰ ਇੱਥੋਂ ਦੇਖ ਲਓ ਵੀ ਸਟੂਡੈਂਟ ਹੋ ਕੇ ਸਟੂਡੈਂਟ ਦਾ ਨਹੀਂ ਇਹ ਕਰਦੇ ਪਏ। ਕਾਲਜ ਚੱਲਦਾ ਪਿਆ ਸਟੂਡੈਂਟ ਦੇ ਸਿਰ ਤੋਂ, ਸਾਰਿਆਂ ਨੇ ਫੀਸ ਪੇ ਕੀਤੀ ਆ। ਅਸੀਂ ਕਾਲਜ ਨਹੀਂ ਵੜੇ ਉਦੋਂ ਦੇ, ਜਦੋਂ ਦਾ ਆਨਲਾਈਨ ਚੱਲਦਾ ਪਰ ਮੌਂਟਰੀਅਲ ਵਾਲੇ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ ਉਸ ਤਰੀਕੇ ਨਾਲ ਚੱਲਣ ਲੱਗੇ ਹੋਏ ਇਦਾਂ ਹੀ ਹੋ ਰਿਹਾ। ਦੇਖੋ ਵੀਰੇ ਫਿਰ ਉਹੀ ਗੱਲ ਆ ਨਾ, ਫਿਰ ਅਸੀਂ ਹੁਣ ਉੱਥੇ ਵੀ ਪ੍ਰੋਟੈਸਟ ਚੱਲੀ, ਕਾਲਜ ਬੰਦ ਹੋ ਗਏ। ਹੁਣ ਅਸੀਂ ਵੀ ਲੀਗਲੀ ਅਸੀਂ ਸਾਰਾ ਕੁਝ ਕਰ ਰਹੇ ਹਾਂ, ਅਸੀਂ ਕੁਝ ਵੀ ਇਲੀਗਲੀ ਨਹੀਂ ਕਰ ਰਹੇ। ਹੁਣ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਜੇ ਮੰਨ ਲਓ ਗਲਤ ਤਾਂ ਜਾਂਦੀ ਆ, ਜੋ ਉਹ ਕਾਲਜ ਨੂੰ ਭੁਗਤਣਾ ਪੈਣਾ ਆ, ਸਾਨੂੰ ਕਿਸੇ ਨੇ ਨਹੀਂ ਪੁੱਛਣਾ ਬਾਅਦ ਚ। ਸਾਨੂੰ ਵੀਰ ਜੀ ਐਮਬੈਸੀ ਵੀਜ਼ੇ ਦਿੱਤੇ, ਅਸੀਂ 1 ਨੰਬਰ 'ਚ ਆਏ ਆ। ਸਾਡਾ A to Z ਕੰਮ ਲੀਗਲ ਤਰੀਕੇ ਨਾਲ ਆ, ਕਾਲਜ ਦਾ ਇਲੀਗਲ ਆ। ਕਾਲਜ 'ਚ ਫਸੇ ਅਸੀਂ ਕਿਉਂ ਫਸੀਏ? ਇਹ ਸਫ਼ਰ ਕਰੇ ਅਸੀਂ ਕਿਉਂ ਕਰੀਏ?
ਇਹ ਸਾਡੇ ਫਿਊਚਰ ਨਾਲ ਕਿਵੇਂ ਖੇਡ ਸਕਦਾ ਜਦੋਂ ਸਾਨੂੰ ਸਾਡਾ A to Z ਕੰਮ ਅਸੀਂ ਮਤਲਬ ਕਿ SDS ਫਾਈਲ ਲਵਾ ਕੇ ਆਏ ਆ A to Z ਅਸੀਂ ਫੀਸਾਂ ਭਰੀਆਂ ਨੇ ਸਾਡੇ ਕੋਲ ਸਾਰੇ ਰਿਟਰਨ ਰਿਕਾਰਡ ਆ ਲੀਗਲ ਲਾਏ ਆ ਹੁਣ ਨਕਾਮੀ ਕਾਲਜ ਦੀ ਆ ਕਾਲਜ ਸਫਰ ਕਰੇ ਅਸੀਂ ਕਿਉਂ ਕਰੀਏ ਇਸ ਸਬੰਧ ਦੇ ਵਿੱਚ ਤੁਸੀਂ ਕਿਸੇ ਜਿਵੇਂ MP MLA ਕਿਸੇ ਨਾਲ ਸੰਪਰਕ ਕੀਤਾ ਅਸੀਂ ਕੱਲ ਨਾ WS ਵਾਲੇ ਜਿਹੜੇ ਆਪਣੇ ਵਰਲਡ ਸਿੱਖ ਆਰਗੇਨਾਈਜੇਸ਼ਨ ਵਾਲੇ ਆ ਉਹ ਆਏ ਸੀਗੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀਗੀ ਉਹ ਕਹਿ ਰਹੇ ਸੀ ਕਿ ਆਪਾਂ ਅੱਜ ਦਾ ਦਿਨ ਦੇਖਦੇ ਆ ਜੇ ਕੋਈ ਐਕਸ਼ਨ ਲੈਂਦੇ ਆ ਆਪਣੇ ਫੇਵਰ ਦੇ ਵਿੱਚ ਤਾਂ ਠੀਕ ਆ ਨਹੀਂ ਤਾਂ ਆਪਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਰੂਬੀ ਸਹੋਤਾ ਜੀ ਨੇ ਮਾਨਯੋਗ ਜਾਂ ਜਿਹੜੇ ਮਨਿੰਦਰ ਸਿੱਧੂ ਜੀ ਨੇ ਹਨਾ ਉਹਨਾਂ ਨਾਲ ਆਪਾਂ ਗੱਲ ਕਰਕੇ ਦੇਖਦੇ ਆ ਵੀ ਉਹ ਕੀ ਕਹਿੰਦੇ ਜਾਂ ਆਪਾਂ ਨੂੰ ਕੁਝ ਗਾਈਡ ਕਰ ਸਕਦੇ ਹੋ ਇਸ ਚੀਜ਼ ਦੇ ਵਿੱਚ ਕਿ ਨਹੀਂ ਕਰ ਸਕਦੇ ਇੱਕ ਜਿਵੇਂ ਉਹ ਬਾਈ ਜੀ ਹੁਣੇ ਚਲੇ ਗਏ ਉਹ ਕਹਿੰਦੇ ਸੀ ਉੱਥੇ ਲਿਖਿਆ ਹੋਇਆ ਸਟੂਡੈਂਟ ਆਰ ਨਾਟ ਅਲਾਉਡ ਕਿੱਥੇ ਕਿਵੇਂ ਲਿਖਿਆ ਜੀ ਅੰਦਰ ਜਿਹੜਾ ਤੁਹਾਨੂੰ ਕਹਿੰਦੇ ਨਾ ਵੀ ਜਾਣ ਨਹੀਂ ਦਿੰਦੇ ਤੁਹਾਨੂੰ ਜਿਵੇਂ ਵਾਸ਼ਰੂਮ ਵਗੈਰਾ ਵੀ ਨਹੀਂ ਯੂਜ਼ ਕਰਨ ਦਿੱਤਾ ਦੂਜਾ ਉਹ ਫਿਰ ਹੁਣ ਤਾਂ ਮੈਂ ਦੇਖ ਰਿਹਾ ਸਿਕਿਉਰਿਟੀ ਵੀ ਸ਼ਾਇਦ ਲੱਗੀ ਹੋਈ ਹੈ ਉੱਥੇ ਪੁਲਿਸ ਵੀ ਆਈ ਸੀ ਸਿਕਿਉਰਿਟੀ ਪੁਲਿਸ ਆਈ ਸੀ ਕੱਲ ਅੰਦਰ ਇਹਨਾਂ ਦੇ ਬੰਦੇ ਸੀਗੇ ਪੁਲਿਸ ਵਧੀਆ ਲੈ ਕੇ ਗਈ ਆ ਕਿਸੇ ਨੇ ਕਿਸੇ ਨੂੰ ਹਾਰਮ ਨਹੀਂ ਕੀਤਾ ਪੀਸਫੁਲ ਪ੍ਰੋਟੈਸਟ ਕੀਤਾ ਪੁਲਿਸ ਨੇ ਕਿਹਾ ਵਾ ਤੁਸੀਂ ਪੀਸਫੁਲ ਰਹੋ ਜੋ ਤੁਸੀਂ ਕਰਨਾ ਕਰੋ ਕਿਸੇ ਨੂੰ ਹਾਰਮ ਨਹੀਂ ਕਰਨਾ ਬਿਲਡਿੰਗ ਨਾਲ ਨਹੀਂ ਖੇਡਣਾ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਇੱਥੇ ਦੇਖੋ ਕਿ ਕਿਤੇ ਤੁਸੀਂ ਦੱਸ ਦਿਓ ਗਾਰਬੇਜ ਪਿਆ ਹੋਵੇ ਸਾਰਾ ਨੇ ਇੱਥੇ ਲੰਗਰ ਛਕਿਆ ਵਾ ਗੁਰੂ ਘਰੋਂ ਲੰਗਰ ਆਇਆ ਵਾ ਹਾਂਜੀ ਤੁਸੀਂ ਪ੍ਰੋਪਰ ਆਪਣਾ ਜਾਣੀ ਦੀ ਜਿਹੜੀ ਆਪਣੇ ਪ੍ਰੋਟੋਕਾਲ ਫੋਲੋ ਕੀਤਾ ਤੁਸੀਂ ਸਾਰਾ ਕੁਝ ਕੀਤਾ ਸਭ ਤੋਂ ਪਹਿਲਾਂ ਪੁਲਿਸ ਨੂੰ ਇੱਥੇ ਬੈ ਕੇ ਫੋਨ ਕੀਤਾ ਵਾ ਪੁਲਿਸ ਨੇ ਕਿਹਾ ਤੁਸੀਂ ਆਦਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਹੋ ਤੁਹਾਡੇ ਕੋਲ ਰਾਈਟ ਆ ਤੁਸੀਂ ਲੀਗਲ ਤਰੀਕੇ ਨਾਲ ਸਭ ਕੁਝ ਕਰ ਸਕਦੇ ਜੇ ਤੁਹਾਡੀ ਕਿਸੇ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਅਸੀਂ ਆਪਣੇ ਸੋਰਸ ਯੂਜ਼ ਕਰਕੇ ਜੇ ਕਿਸੇ MP ਜਾਂ MPP ਨਾਲ ਗੱਲ ਕਰਾਉਣਾ ਚਾਹੇ ਤੁਸੀਂ ਕਰਨ ਨੂੰ ਤਿਆਰ ਹੋ ਡੈਫੀਨੇਟਲੀ ਤਿਆਰ ਆ ਜ਼ਰੂਰ ਕਿਉਂਕਿ ਸਾਨੂੰ ਹੈਲਪ ਹੋਊਗੀ ਆਬਵੀਅਸ ਜੀ ਗੱਲ ਆ ਉਹ ਮਤਲਬ ਸਾਨੂੰ ਸਾਡਾ ਪਾਰਟੀ ਨਾਲ ਸੰਬੰਧ ਰੱਖਦੇ ਨੇ ਹਨਾ ਜੀ ਤੋ ਜੇ ਸਾਨੂੰ ਕੋਈ ਹੈਲਪ ਕਰ ਸਕਦੇ ਆ ਉਹ ਤਾਂ ਅਸੀਂ ਜ਼ਰੂਰ ਮਤਲਬ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਮੈਂ ਟਰਾਈ ਕਰਦਾ ਦੇਖਦਾ ਵੀ ਜੇ ਸੰਧੂ ਸਾਹਿਬ ਦਾ ਸ਼ਾਇਦ ਅਮਰਜੋਤ ਸੰਧੂ ਨੇ MPP ਹੈਲੋ ਨਾ ਦੁਬਾਰਾ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਕੇ ਜਾਣਾ ਤਾਂ ਕਿ ਤੁਹਾਨੂੰ ਜੇ ਤੁਸੀਂ ਕੋਈ ਉਹਨਾਂ ਨਾਲ ਮੀਟਿੰਗ ਕਰਨਾ ਚਾਹੋ ਅਰੇਂਜ ਕਰਦੇ ਆ ਕਿਉਂਕਿ ਤੁਹਾਡਾ ਲੋਕਲ ਜਿੰਨਾ ਚਿਰ ਤੁਸੀਂ ਲੋਕਲ ਇੱਥੇ ਪਹੁੰਚ ਨਹੀਂ ਕਰਦੇ MP MLA ਤੱਕ ਤੇ ਉਹਨਾਂ ਚਿਰ ਤੁਹਾਡੀ ਸੁਣਵਾਈ ਘੱਟ ਚਾਂਸ ਹੈ ਕਿਉਂਕਿ ਕਾਲਜ ਨੇ ਤਾਂ ਆਪਣਾ ਤੁਹਾਨੂੰ ਦਿਖਾਤਾ ਰੂਪ ਹੁਣ ਤੁਹਾਡੇ ਕੋਲ ਉਮੀਦ ਇਹੀ ਹੈ ਕਿਉਂਕਿ ਪ੍ਰੋਟੈਸਟ ਵੀ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਕਿਸੇ ਨੂੰ ਆਪਣੀ ਮੰਗ ਦੱਸਾਂਗੇ ਵੈਸੇ ਤਾਂ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਹਾਂ ਪਰ ਉਹਦੇ ਵਿੱਚ ਫਿਰ ਵੀ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਨਾਲ ਸਾਡੀ ਇਹੀ ਬੇਨਤੀ ਹੈ ਜੀ ਜਿੰਨੀ ਕਮਿਊਨਿਟੀ ਸਾਡੇ ਨਾਲ ਜੁੜ ਸਕਦੀ ਆ ਉਨੀ ਜੁੜੇ ਸਾਡੀ ਹੈਲਪ ਕਰੇ ਕਿਉਂਕਿ ਸਾਨੂੰ ਇਸ ਟਾਈਮ ਲੋੜ ਹੈ ਜੀ ਅਸੀਂ ਖੁਦ ਕਹਿੰਦੇ ਆ ਹਨਾ ਅਸੀਂ ਸਫਰ ਕਰ ਰਹੇ ਹਾਂ ਇਸ ਚੀਜ਼ ਤੋਂ ਅੱਜ ਸਾਡੇ ਨਾਲ ਹੋ ਰਿਹਾ ਕੱਲ ਨੂੰ ਕਿਸੇ ਹੋਰ ਨਾਲ ਹੋਊਗਾ ਹੁਣ ਪਰਸੋਂ ਕਿਸੇ ਹੋਰ ਨਾਲ ਹੋਊਗਾ ਮੇਰਾ ਇੱਕ ਰਿਸ਼ਤੇਦਾਰ ਆ ਮੇਰਾ ਰਿਲੇਟਿਵ ਆ ਇੰਡੀਆ ਵਾ ਉਹਨੇ ਇੱਥੋਂ ਦੀ ਫਾਈਲ ਲਾਉਣੀ ਸੀਗੀ ਉਹਨੇ ਜਨਵਰੀ ਚ ਲਾਈ ਸੀਗੀ ਉਹਨੂੰ ਮਿਲਿਆ ਸੀਗਾ ਸਤੰਬਰ ਇਨਟੇਕ ਸਾਰਾ ਕੁਝ ਹੁੰਦਾ ਡਨ ਆ ਉਹਨੂੰ ਹੁਣ ਉਹਨਾਂ ਨੇ ਜਨਵਰੀ ਚ ਡੈਫਰ ਕਰਤਾ ਵੀ ਇੰਡੀਆ ਵਾਲੇ ਵੀ ਫਸੇ ਆ ਉਹਨਾਂ ਦੇ ਪੈਸੇ ਫਸੇ ਆ ਉਹਨਾਂ ਦਾ ਵੀ ਫਿਊਚਰ ਅੜਿਆ ਵਾ ਸੇਮ ਹੀ ਕਾਲਜ ਆ ਸੇਮ ਕਾਲਜ ਆ ਸੇਮ ਕੋਰਸ ਰੈਫਰ ਕਰ ਰਹੇ ਨੇ ਉਹਨਾਂ ਦੀ ਆਇਲਸ ਮੁੱਕਣ ਤੇ ਆਈ ਹੋਈ ਆ ਠੀਕ ਹੈ ਉਹ ਆਪਦਾ ਪ੍ਰੋਸੈਸ ਨਹੀਂ ਅੱਗੇ ਸ਼ੁਰੂ ਕਰ ਸਕਦੇ ਉਹਨਾਂ ਚਿਰ ਸੋ ਸਾਰੇ ਉਹ ਜੇ ਫੀਸ ਰਿਫੰਡ ਕਰਦੇ ਉਹਨਾਂ ਦੇ ਪੈਸੇ ਡੁੱਬਦੇ ਆ ਸਾਰਾ ਕੁਝ ਉਹਨਾਂ ਦੀ ਪ੍ਰੋਫਾਈਲ ਨਾਲ ਹੋਣ ਡਿਆ ਪਰ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਫਿਰ ਇਹਦੇ ਵਿੱਚ ਗਵਰਨਮੈਂਟ ਦਾ ਕੀ ਰੋਲ ਆ ਉਹ ਨਹੀਂ ਦੇਖ ਰਹੀ ਵੀ ਇਹਨਾਂ ਕੋਲ ਇੰਨਾ ਕਾਲਜ ਐਡਾ ਵੱਡਾ ਹੈ ਵੀ ਹੈ ਕਿ ਨਹੀਂ ਉਹ ਇੰਨੀਆਂ ਸੀਟਾਂ ਦੇ ਵੀ ਸਕਦੇ ਆ ਕਿ ਨਹੀਂ ਕਿ ਸਿਰਫ ਅੱਖਾਂ ਮੀਚ ਕੇ ਉਹ ਇੰਡੀਆ ਵਾਲਾ ਹਿਸਾਬ ਕਿਤਾਬ ਹੋਇਆ ਵੀਰ ਜੀ ਥੋੜਾ ਚਿਰ ਅਸੀਂ ਨਹੀਂ ਇਸ ਗੱਲ ਕੁਝ ਕਹਿ ਸਕਦੇ ਥੋੜਾ ਚਿਰ ਹੋਇਆ ਸਾਨੂੰ ਇਸ ਚੀਜ਼ ਦਾ ਪਤਾ ਸਾਨੂੰ ਸਿਰਫ ਕਾਲਜ ਬਾਰੇ ਪਤਾ ਵੀ ਸਾਡੇ ਕਾਲਜ ਦੀ ਗੱਲ ਕਰਦਾ ਵੀ ਜਿਵੇਂ ਹੁਣ ਤੁਹਾਨੂੰ ਪਤਾ ਵੀ ਇੱਥੇ 500 ਜਾਂ 1000 ਬੰਦਾ ਨਹੀਂ ਬੈਠ ਸਕਦਾ ਜੇ ਤੁਸੀਂ 300-400 ਤਾਂ ਬੰਦੇ ਆਲਰੇਡੀ ਹੈਗੇ ਹੋ ਨਾ ਤੁਸੀਂ ਸਟੂਡੈਂਟ ਬੱਚੇ ਤੇ ਜੇ ਮੰਨ ਲਓ ਹੋਰ ਜਿਹੜੇ ਆਪਣੇ ਬੈਕ ਫੁੱਟ ਤੇ ਜੇ ਆਪਣੇ 200-300 ਬੱਚਾ ਹੋਰ ਹੋਇਆ ਤੇ ਬੱਚੇ ਤਾਂ ਇਹ ਨਹੀਂ ਲੋਟ ਆ ਰਹੇ ਜਿਹੜੇ ਇੱਥੇ ਨੇ ਉੱਥੇ ਵਾਲੇ ਕਿਵੇਂ ਆ ਜਾਣਗੇ ਦੇਖੋ ਜੀ ਕਿਉਂਕਿ ਕਲਾਸਾਂ ਆਨਲਾਈਨ ਚੱਲ ਰਹੀਆਂ ਨਾ ਕਈ ਬੱਚੇ ਕੈਲਗਰੀ ਜਾਂ ਇਦਾਂ ਵੀ ਮੈਨੂੰ ਮੈਸੇਜ ਆਇਆ ਸੀਗਾ ਤੇ ਉੱਥੇ ਮਤਲਬ ਦੂਰ ਵੀ ਬੈਠੇ ਨੇ ਜਿਹੜੇ ਨਹੀਂ ਆ ਸਕਦੇ ਹਨਾ ਸੋ ਉਹਨਾਂ ਨਾਲ ਵੀ ਸੇਮ ਹੋ ਰਿਹਾਗਾ ਉਹ ਵੀ ਵਿਚਾਰੇ ਆ ਨਹੀਂ ਸਕਦੇ ਉਹ ਫਸੇ ਬੈਠੇ ਉੱਥੋਂ ਈਮੇਲਾਂ ਪਾ ਰਹੇ ਆ ਦੇਖੋ ਜੀ ਕਈਆਂ ਨਾਲ ਇਦਾਂ ਵੀ ਹੋਇਆ ਕਲਾਸਾਂ ਸ਼ੁਰੂ ਹੋ ਗਈਆਂ ਪੋਰਟਲ ਚੱਲ ਪਿਆ ਚੱਲਦੀ ਕਲਾਸ ਚੋਂ ਚੱਲਦੇ ਪੋਰਟਲ ਚੋਂ ਉਹਨਾਂ ਤੋਂ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਦੇਖੋ ਕੌਣ ਜ਼ਿੰਮੇਵਾਰ ਆ ਕਾਲਜ ਜ਼ਿੰਮੇਵਾਰ ਆ ਇੱਕ ਫਰੈਂਡ ਸੀਗਾ ਉਹ ਕਹਿੰਦਾ ਮੈਂ ਪਾਸ ਹੋਇਆ ਵਾਂ ਮੈਂ ਕਲਾਸ ਲਾਈ ਆ 2 ਦਿਨ ਮੇਰਾ ਪੋਰਟਲ 'ਚ ਨਾਮ ਚੱਕਦਾ ਮੈਂ ਆਪਦਾ ਗ੍ਰੇਡ ਵੇਖਿਆ ਮੈਨੂੰ 3 ਸਪਲੀ ਦੇਤੀ ਮੈਨੂੰ 3 ਚੰਦਾ ਕੰਪਾਰਟਮੈਂਟ ਦੇਤੀ ਇਹ ਕੀ ਗੱਲ ਹੋਇਆ ਇਹ ਕੀ ਹਾਲ 2 ਦਿਨ ਦੀ ਪੜ੍ਹਾਈ ਪਿੱਛੋਂ ਹੀ ਕੋਈ ਪੇਪਰ ਕੋਈ ਐਗਜ਼ਾਮ ਜੀ ਪਿਛਲੇ ਸਮੈਸਟਰ 'ਚ ਪਾਸ ਕੀਤਾ ਵਾ ਨਵੇਂ ਦਾ ਟਾਈਮ ਟੇਬਲ ਆਇਆ ਵਾ 2 ਦਿਨ ਕਲਾਸਾਂ ਲੱਗੀਆਂ ਉਹਨੇ ਅਸਾਈਨਮੈਂਟਾਂ ਤੱਕ ਭੇਜੀਆਂ ਵਾ ਉਸ ਤੋਂ ਬਾਅਦ ਕਾਲਜ ਨੂੰ ਪਿਛਲੇ 'ਚ ਫੇਲ ਕਰਤਾ ਇਹ ਕੀ ਗੱਲ ਆ ਬਹੁਤ ਵੀਰ ਇਦਾਂ ਦੇ ਬੈਠੇ ਨੇ ਜਿਹੜੇ ਦੱਸ ਰਹੇ ਨੇ ਕਿ ਸਾਡਾ ਪਿਛਲਾ ਸਮੈਸਟਰ ਅਸੀਂ ਸਾਰੇ ਸਬਜੈਕਟਸ 'ਚੋਂ ਪਾਸ ਸੀ ਹੁਣ ਸਾਡੀ ਇੱਕ ਇੱਕ ਕਰਕੇ ਸਪਲੀ ਕੱਢੀ ਜਾਂਦੇ ਨੇ ਕਦੇ ਕਿਸੇ ਤੰਗ ਕਰ ਰਹੇ ਨੇ ਮੇਨ ਕੰਮ ਇਹ ਹੈ ਜੀ ਇਹ ਤੰਗ ਕਰ ਰਹੇ ਨੇ ਸਾਨੂੰ ਪ੍ਰੂਫ ਹੀ ਨਹੀਂ ਦੇਣਾ ਵੀ ਤੁਸੀਂ ਵਾਕਿਆ ਬੱਚਿਆਂ ਨੇ
ਇਹ ਦੇਖੋ ਇਹ ਪੋਰਟਲ ਤੋਂ written- ਸਾਰਾ ਕੁਝ ਡਾਲ ਸਕਦੇ ਆ, ਹੋ ਸਕਦਾ ਸਾਡੀ ਸਾਰੀ ਇਨਫੋਰਮੇਸ਼ਨ ਡਾਲ ਦੇਣ ਪੋਰਟਲ ਤੋਂ ਵੀ ਇਹਨਾਂ ਨੇ ਕਲਾਸ ਹੀ ਨਹੀਂ ਲਾਈ ਪਿਛਲੇ ਸਮੈਸਟਰ 'ਚ, ਉਦੋਂ ਅੰਦਰ ਕੁਝ ਬੱਚੇ ਵੀ ਕਰ ਗੱਲ ਕਰਨ ਸਕਦੇ ਆ। ਤੁਹਾਡੇ ਕੋਲ ਕੋਈ ਪ੍ਰੂਫ ਹੀ ਹੈ ਨਹੀਂ ਫਿਰ ਇਸ ਹਿਸਾਬ ਨਾਲ। ਉਹੀ ਤਾਂ ਗੱਲ ਨੇ, ਸਾਡੇ ਕੋਲ Screenshot ਹੈਗੇ ਆ, ਜਿੰਨੇ ਤੁਸੀਂ ਸਕਰੀਨਸ਼ਾਟ ਲਏ ਆ। ਹੈਗੇ, ਅਸੀਂ ਪਹਿਲਾਂ ਹੀ ਲੈ ਕੇ ਰੱਖ ਲਏ ਸੀਗੇ ਔਨ ਦਾ ਸੇਫ ਸਾਈਡ। ਹੁਣ ਅੱਜ ਵੀ ਇਹਨਾਂ ਦੀ ਮੇਲ ਆਈ, ਇਹਨਾਂ ਨੇ ਇਹ ਕਿਹਾ ਵਾ ਵੀ ਅਸੀਂ ਤੁਹਾਨੂੰ ਦਾਂਗੇ, ਇਹਨਾਂ ਨੇ ਹਾਂ ਨਹੀਂ ਕੀਤੀ ਸੀ ਤੁਹਾਨੂੰ ਡੈਫੀਨਿਟਲੀ ਦਾਂਗੇ। ਇਹਨਾਂ ਨੇ ਕਿਹਾ ਜੇ ਨਾ ਟਾਈਮ ਟੇਬਲ ਹੈ ਫਰੰਟ ਡੈਸਕ ਨੂੰ ਕੰਟੈਕਟ ਕਰੋ, ਫਰੰਟ ਡੈਸਕ ਨਾ ਰਿਪਲਾਈ ਕਰੇ ਸੀ ਕੀ ਕਰਾਂਗੇ। ਸਾਡੀ ਤਾਂ ਜਾਊਂਗਾ ਨਾ ਜੇ ਗੇਟ ਖੁੱਲੂਗਾ। ਸਹੀ ਗੱਲ ਆ ਜੀ। ਚਲੋ ਗੇਟ ਵੀ ਖੋਲਦੇ ਨੇ, ਅੰਦਰ ਫਿਰ ਜਾ ਕੇ ਵੀਰੇ ਸੁਣਵਾਈ ਨਹੀਂ ਹੁੰਦੀਗੀ। ਸਾਡੀ ਅਖੀਰ ਤੇ ਮੰਗ ਇਹੀ ਆ, ਅਸੀਂ ਸਕੈਜੂਲ ਲੈਣ ਨੂੰ ਵੀ ਤਿਆਰ ਆ, ਅਸੀਂ ਐਨਰੋਲਮੈਂਟ ਲੈਣ ਨੂੰ ਤਿਆਰ ਆ, ਸਾਨੂੰ ਲਿਖ ਕੇ ਦਿਓ ਵੀ ਹਾਂ ਤੁਸੀਂ ਐਨਰੋਲਡ ਹੋ ਕਾਲਜ ਦੇ ਵਿੱਚ, ਬਕਾਇਦਾ ਡਾਇਰੈਕਟਰ ਦੇ ਸਾਈਨ ਹੋਣ, ਫਿਰ ਅਸੀਂ ਸਾਡੇ ਦਿਲ ਨੂੰ ਸਕੂਨ ਮਿਲੂਗਾ, ਅਸੀਂ ਚਲੇ ਜਾਵਾਂਗੇ ਵੀ ਹਾਂ ਅਸੀਂ ਐਨਰੋਲਡ ਆ। ਕੰਟੀਨਿਊਸ ਹੈ, ਸਾਨੂੰ ਕੰਟੀਨਿਊਸ ਪੜ੍ਹਾਈ ਚਾਹੀਦੀ, ਸਾਨੂੰ ਇੱਕ ਵੀ ਡ੍ਰੌਪ ਨਹੀਂ ਚਾਹੀਦਾ, ਕਿਉਂਕਿ ਸਾਡੀ ਆਫਰ ਲੈਟਰ ਦੇ ਉੱਤੇ ਲੀਗਲ ਡਾਕੂਮੈਂਟ 'ਚ ਅਸੀਂ ਨਹੀਂ ਛੇੜਛਾੜ ਇਹ ਅਸੀਂ ਕਰਨੀ। ਨਹੀਂ ਕਹਿ ਰਹੇ, ਇਹ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਕਹਿ ਰਹੇ ਹਾਂ, ਅਸੀਂ ਸਾਰਿਆਂ ਦੇ ਵੱਲੋਂ ਕਹਿ ਰਹੇ ਹਾਂ। ਸਾਰਿਆਂ ਨੂੰ ਕੱਲ ਅਸੀਂ ਪੁੱਛਿਆ ਸੀਗਾ ਵੀ ਤੁਹਾਡੇ 'ਚੋਂ ਕੋਈ ਡ੍ਰੌਪ ਲੈਣ ਦਾ ਚਾਹਵਣ ਹੈਗਾ, ਸਾਰੇ ਕਹਿੰਦੇ ਕਿਉਂਕਿ ਅਸੀਂ ਕਾਲਜ ਹੀ ਇਸੇ ਕਰਕੇ ਚੂਜ਼ ਕੀਤਾ ਵੀ ਇਹ 'ਚ ਡ੍ਰੌਪ ਨਹੀਂ ਕੰਟੀਨਿਊਸ ਹੁੰਦਾ, ਪੜ੍ਹਾਈ ਆ। ਸੋ ਅਸੀਂ ਕਿਉਂ ਕਈਆਂ drop ਬੱਚੇ ਨੇ ਆ ਪੜ੍ਹਾਈ ਕਰਕੇ ਅੱਗੇ ਹੋਰ ਪੜ੍ਹਾਈ ਲੈਣੀ ਆ, ਜਾਂ ਕਿਸੇ ਦਾ ਵੱਖਰਾ ਪਲਾਨ ਆ, ਮਾਈਂਡ ਸੈਟ ਆ। ਜੇ ਹੁਣ ਇੱਕੋ ਦਮੇ ਵਿੱਚ ਡ੍ਰੌਪ ਦੇ ਰਿਹਾ, ਫੀਸਾਂ ਉਹਨਾਂ ਨੇ ਲੈ ਲਈਆਂ ਵਾ, ਸਾਰਾ ਕੁਝ ਉਹਨਾਂ ਨੇ ਅਜੇ ਹਾਲਾਂਕਿ ਫਸਟ ਸਮੈਸਟਰ ਐਂਡ ਨਹੀਂ ਹੋਇਆ ਸੀ ਕਿ ਸੈਕਿੰਡ ਦੀ ਇਹਨਾਂ ਨੇ ਪਹਿਲਾਂ ਡੈਡਲਾਈਨ ਪਾਤੀ, ਸੈਕਿੰਡ ਸਮੈਸਟਰ ਦੀ ਪਹਿਲਾਂ ਫੀਸ ਲੈ ਲਈ। ਅਪ੍ਰੈਲ ਇਹਨਾਂ ਨੇ ਲਾਸਟ ਡੈਡਲਾਈਨ ਪਾਈ ਸੀ ਤਾਂ ਸਾਰਿਆਂ ਨੂੰ ਇਹ ਕਹਿ ਰਹੇ ਸੀ, ਈਵਨ ਇੱਕ ਬੱਚਾ ਇੰਡੀਆ ਤੋਂ ਸੀਗਾ, ਇੰਡੀਆ ਤੋਂ ਉਹਨਾਂ ਨੇ ਫੀਸ ਭਰੀ, ਕੁਝ ਸੈਂਟ ਦੀ ਫੀਸ ਸੀ, ਕੁਝ ਸੈਂਟ ਉਹਨਾਂ ਨੇ ਪਾਏ ਨਹੀਂ ਸੀਗੇ, ਉਹ ਸੈਂਟ ਕਰਕੇ ਉਹਨਾਂ ਨੂੰ ਟਾਈਮ ਟੇਬਲ ਨਹੀਂ ਦਿੱਤਾ ਗਿਆ। 0.88 ਸੈਂਟ 0.88 ਸੈਂਟ ਤੇ ਉਹ ਬੱਚੇ ਨੂੰ ਪੂਰਾ $1 ਵੀ ਦੇਖੋ ਕਾਲਜ ਕੀ ਕਰ ਸਕਦਾ ਆ, ਸਾਡੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਕਾਲਜ ਕੀ ਕਰ ਸਕਦਾ ਆ, ਜਿੰਨਾ ਸਾਨੂੰ ਨੌਲੇਜ ਆ, ਜਿੰਨੀ ਸਾਨੂੰ ਨੌਲੇਜ ਆ, ਜਿੰਨਾ ਸਾਨੂੰ ਪਤਾ ਆ ਕਾਲਜ ਕੀ ਕਰਦੇ ਹੁੰਦੇ ਮੋਸਟਲੀ ਕਾਲਜ ਕਿ ਜੇ ਕੋਈ ਬੱਚਾ ਫੀਸ ਨਹੀਂ ਭਰ ਸਕਦਾ ਜਾਂ ਲੇਟ ਭਰੀ ਆ, ਉਹਨੂੰ ਲੇਟ ਫੀ ਦੇ ਚਾਰजेस ਪੈਂਦੇ ਨੇ, ਜਾਂ ਉਹਦੀਆਂ ਜਿਹੜੀਆਂ ਟ੍ਰਾਂਸਕ੍ਰਿਪਟਸ ਹੁੰਦੀਆਂ ਨੇ ਉਹ ਹੋਲਡ ਤੇ ਰੱਖੀਆਂ ਜਾਂਦੀਆਂ ਨੇ, ਉਹਨੂੰ ਪੜ੍ਹਾਈ ਤੋਂ ਨਹੀਂ ਕੱਢਿਆ ਜਾਂਦਾ ਜੇ 70% ਕਿਉਂਕਿ ਆਲਰੇਡੀ ਫੀਸ ਪੇ enrolled ਹੁੰਦਾ ਹੁੰਦਾ ਆ, ਆ। ਲਾ ਸਕਦਾ ਵਾ। ਜੇ 70% ਫੀਸ ਪੇ ਬੱਚਾ ਕਲਾਸ ਡੈਫੀਨਿਟਲੀ ਲਾ ਸਕਦਾ ਵਾ, ਜਦੋਂ ਉਹਨੇ ਆਪਦੇ ਗ੍ਰੇਡਸ ਲੈਣੇ ਉਦੋਂ ਆਪਦੀ ਰੈਸਟ ਆਫ 25 ਕਰ ਸਕਦਾ ਪੇਸ। ਅਸੀਂ ਇਹੀ ਚਾਹੁੰਦੇ ਆ ਜੋ ਵੀ ਸਾਡੀ ਹੈਲਪ ਕਰ ਸਕਦਾ ਆ ਪਲੀਜ਼ ਸਾਡੀ ਹੈਲਪ ਕਰੇ, ਸਾਨੂੰ ਇਸ ਟਾਈਮ ਕੋਈ ਬਹੁਤ ਇੱਕ ਬੰਦਾ ਜ਼ਿਆਦਾ ਵੀ ਲੋੜ ਦੱਸ ਆ। ਦੇ ਕਿਤੇ ਕੋਈ student ਅਸੀਂ ਗਲਤ ਬਹੁਤ ਆ, ਜ਼ਿਆਦਾ ਕਿਉਂਕਿ 100% ਦੇਖੋ ਕੋਲੇ ਜੀ ਹੀ ਗਲਤ ਆ। 250 ਬੱਚਾ ਆ, 250 ਬੱਚੇ ਦੇ ਗਾਂ ਮਾਂ-ਬਾਪ ਵੀ ਨੇ, ਠੀਕ ਹੈ, ਉਹ ਇੰਡੀਆ ਬੈਠੇ ਉਹ ਟੈਨਸ਼ਨ ਲੈ ਰਹੇ ਨੇ, 250 ਬੱਚੇ ਦੀਆਂ ਫੀਸਾਂ ਖਰਾਬ ਹੋ ਰਹੀਆਂ ਨੇ, ਕਿਸੇ ਦੀਆਂ 3 ਸਮੈਸਟਰ ਦੀਆਂ ਖਰਾਬ ਹੋਈਆਂ ਨੇ, ਕਿਸੇ ਦੀਆਂ 2 ਦੀਆਂ ਹੋ ਰਹੀਆਂ ਨੇ, ਕਿਸੇ ਦੀ 1 ਦੀ ਹੋ ਰਹੀ ਆ। ਆ ਵੀ ਸੋ ਕੌਣ ਜ਼ਿੰਮੇਵਾਰ ਇਹਦੇ ਨਾਲ ਹੀ ਕਰ ਲਓ ਗੱਲ। ਮੇਰਾ ਸੈਕੰਡ ਸਮੈਸਟਰ ਆ ਜੀ। ਜਿਵੇਂ ਕਿ ਕਈ ਬੱਚੇ ਆ ਜਿਹੜੇ ਉਹਨਾਂ ਨੂੰ ਜਨਵਰੀ ਤੋਂ ਪਹਿਲਾਂ ਤੋਂ ਹੀ ਇਹਨਾਂ ਨੇ ਡ੍ਰੌਪ ਦਿੱਤਾ ਹੋਇਆ ਮਈ ਤੱਕ, ਤੇ ਉਹਨਾਂ ਨੂੰ ਹੁਣ ਫੇਰ 4 ਮਹੀਨਿਆਂ ਦਾ ਡ੍ਰੌਪ ਦੇ ਰਹੇ ਆ ਸਤੰਬਰ ਤੱਕ। 8 ਮਹੀਨਿਆਂ ਦਾ ਡ੍ਰੌਪ ਲੈ ਕੇ ਅਗਲਾ ਕਿੱਥੇ ਜਾਊਗਾ? ਉਹ ਉਦਾਂ ਹੀ ਇਹਨਾਂ ਨੇ ਸਾਡੇ ਨਾਲ ਕਰਨੀ ਹੈ ਜਿਨ੍ਹਾਂ ਨੂੰ ਹੁਣ ਡ੍ਰੌਪ। ਜੇ ਸੈਕੰਡ ਸਮੈਸਟਰ ਤੁਸੀਂ ਫਿਰ ਆਨਲਾਈਨ ਹੀ ਪੜ੍ਹਾਈ ਕੀਤੀ ਆ? ਹਾਂਜੀ ਆਨਲਾਈਨ ਹੀ ਪਹਿਲਾ ਸਮੈਸਟਰ ਕਲੀਅਰ ਕੀਤਾ, ਹੁਣ ਵੀ ਆਨਲਾਈਨ ਹੀ ਕਰਨਾ ਸੀ, ਤੇ ਪਰ ਇਹਨਾਂ ਨੇ ਹੁਣ ਆਹ ਹਾਲ ਕਰਤਾ। ਤੁਹਾਡੇ ਕੋਲ ਉਹਦੇ ਪ੍ਰੂਫ ਹੈਗੇ ਜਿਹੜੇ ਤੁਸੀਂ ਪੜ੍ਹਾਈ ਸਟੱਡੀ ਕੀਤੀ ਆ? ਕਿੰਨੇ % ਨੰਬਰ ਤੁਹਾਡੇ ਉਹਦੇ? ਮੇਰੀ GPA ਲੱਗੀ ਹੈ ਜੀ 2.64 ਲੱਗੀ ਆ, ਤੇ ਵਧੀਆ ਨੰਬਰ ਆਏ ਆ। ਤੇ ਹੁਣ ਇਹਨਾਂ ਨੇ ਸਾਨੂੰ ਟਾਈਮ ਟੇਬਲ ਨਹੀਂ ਭੇਜਿਆ, ਕੋਈ ਐਨਰੋਲਮੈਂਟ ਲੈਟਰ ਨਹੀਂ ਭੇਜਿਆ। ਹੁਣ ਵੇਟ ਤੁਹਾਨੂੰ ਕਿੰਨੇ ਚਿਰ 25 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ, ਉਹਦੇ ਬਾਅਦ ਚੋਂ ਤੁਹਾਨੂੰ ਕਿਹਾ ਕੁਝ ਦੱਸਣਗੇ ਕਿ ਪਹਿਲਾਂ ਦਾ? ਸਾਨੂੰ ਇੱਕ ਅੱਜ ਮੇਲ ਇਹਨਾਂ ਨੇ ਪਾਈ ਆ ਬਈ ਤੁਹਾਨੂੰ 24 ਤਰੀਕ ਤੱਕ ਟਾਈਮ ਟੇਬਲ ਆ ਜੂ। ਤੇ ਕੱਲ ਜਿਹੜੀ ਮੀਟਿੰਗ ਹੋਈ ਸੀਗੀ, ਕੱਲ 3 ਘੰਟੇ ਮੀਟਿੰਗ ਹੋਈ ਆ, ਤੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਤੇ 25 ਨੂੰ ਜਵਾਬ ਦੇਵਾਂਗੇ ਤੁਹਾਨੂੰ। 25 ਤੱਕ ਫਿਰ ਤੁਸੀਂ ਇੱਥੇ ਹੀ ਰਹੋਗੇ ਕਿ ਆਪਣੇ ਆਪਣੇ ਘਰਾਂ ਨੂੰ ਚਲੇ ਜਾਓਗੇ? ਅਸੀਂ ਇੱਥੇ ਹੀ ਆ ਜੀ, ਜਿੰਨਾ ਚਿਰ ਮਤਲਬ ਸਾਨੂੰ ਕੋਈ ਇਹ ਲਿਖਤੀ ਰੂਪ 'ਚ ਨਹੀਂ ਦਿੰਦੇ, ਇਨਰੋਲਮੈਂਟ ਲੈਟਰ ਨਹੀਂ ਦਿੰਦੇ, ਸਾਨੂੰ ਸਾਈਨ ਕਰਕੇ ਨਹੀਂ ਜਿੰਨਾ ਚਿਰ ਦਿੰਦੇ, ਅਸੀਂ ਇੱਥੇ ਹੀ ਆ। ਧੰਨਵਾਦ। ਸੋ ਤੁਸੀਂ ਦੇਖਿਆ ਵੀ ਜਿਹੜੇ ਸਟੂਡੈਂਟਸ ਉੱਥੋਂ ਆਉਂਦੇ ਨੇ ਪਰ ਉਹਨਾਂ ਦਾ ਕੋਈ ਕਸੂਰ ਵੀ ਨਹੀਂ, ਪਰ ਸਟੂਡੈਂਟਾਂ ਦੇ ਨਾਲ ਜਿਹੜਾ ਕਾਲਜ ਦਾ ਇਸ ਤਰ੍ਹਾਂ ਦਾ ਵਿਵਹਾਰ ਆ ਇਹ ਨਾਮਨਜ਼ੂਰ ਆ, ਕਿਉਂਕਿ ਉਹ ਕਹਿੰਦੇ ਵੀ ਜੇ ਸਾਡੀ ਫਿਊਚਰ ਜੇ ਸਾਡਾ ਖਰਾਬ ਆ ਅਸੀਂ ਇੱਥੇ ਹੀ ਬੈਠੇ ਰਹਾਂਗੇ ਜਿੰਨਾ ਚਿਰ ਸਾਨੂੰ ਕੋਈ ਇਹਨਾਂ ਕੰਨਿਓ ਕੋਈ ਲਿਖਤੀ ਰੂਪ ਦੇ ਵਿੱਚ ਕੁਝ ਵਿਸ਼ਵਾਸ ਦੇ ਤੌਰ ਤੇ ਦਿੱਤਾ ਨਹੀਂ ਜਾਂਦਾ। ਸਾਡੇ ਕਾਲਜ ਚੱਲਣਗੇ ਜਾਂ ਸਾਡੀਆਂ ਫੀਸਾਂ ਰਿਟਰਨ ਹੋ ਰਹੀਆਂ ਜੋ ਵੀ ਹੈ, ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਸਾਡੇ ਨਾਲ ਇੱਕ ਵੀਰ ਜੀ। ਹਾਂਜੀ ਵੀਰ ਜੀ। ਵੀਰੇ ਇੱਕ ਗੱਲ ਹੋਰ ਕਰਨੀ ਸੀ, ਜਿੱਦਾਂ ਆ ਵੀਰੇ ਨੇ ਕਾਲਜ ਨੇ ਚਲੋ ਸਾਨੂੰ ਆਫਰ ਕੀਤਾ ਸੀ ਕਈਆਂ ਨੂੰ ਵੀ ਤੁਸੀਂ ਜੇ ਡ੍ਰੌਪ ਲੈਣਾ ਚਾਹੁੰਦੇ ਹੋ ਤਾਂ ਲੈ ਲਓ। ਇਹ ਵੀਰ ਨੇ ਸਤੰਬਰ ਤੋਂ ਦਸੰਬਰ ਡ੍ਰੌਪ ਲੈ ਲਿਆ, ਠੀਕ ਹੈ, ਅਫੀਸ਼ੀਅਲ ਲੈ ਲਿਆ। ਕਾਲਜ ਇਹਨੂੰ ਵੀ ਜਿਹੜਾ ਐਨਰੋਲਮੈਂਟ ਨਹੀਂ ਦੇ ਰਿਹਾ, ਇਹਨੂੰ 8 ਮਹੀਨੇ ਲਈ ਵਿਹਲਾ ਪਾ ਰਿਹਾ, ਅਨਅਫੀਸ਼ੀਅਲੀ ਤੇ ਅਫੀਸ਼ੀਅਲੀ। 4 ਮਹੀਨੇ ਅਫੀਸ਼ੀਅਲ ਨੇ, 4 ਮਹੀਨੇ ਅਨਅਫੀਸ਼ੀਅਲ ਨੇ। ਕੌਣ ਜ਼ਿੰਮੇਵਾਰ ਆ? ਕਾਲਜ ਜ਼ਿੰਮੇਵਾਰ ਆ। ਇਹਨਾਂ ਤੁਸੀਂ ਕਿੰਨੀ ਸਟੱਡੀ ਕੀਤੀ ਹੈ? ਮੇਰਾ ਫਸਟ ਸਮੈਸਟਰ ਤੋਂ ਬਾਅਦ ਮਤਲਬ ਕਿ ਇਹਨਾਂ ਨੇ ਮੇਲ ਕਹੀ ਕਿ ਜੇ ਤੁਸੀਂ ਲੈਣਾ ਅਫੀਸ਼ੀਅਲ ਡ੍ਰੌਪ ਤੇ ਲੈ ਸਕਦੇ। ਤੁਸੀਂ ਲੈ ਲਿਆ? ਹਾਂ ਮੈਂ ਲੈ ਲਿਆ। ਤੇ ਹੁਣ ਮੈਨੂੰ ਆ ਸੈਕੰਡ ਸਮੈਸਟਰ ਦੇ ਵਿੱਚ ਵੀ ਨਹੀਂ ਮੈਨੂੰ ਕਰਦੇ ਪਏ, ਐਨਰੋਲ ਕਰਦੇ ਪਏ। ਤੇ ਹੁਣ ਮੇਰਾ ਜੇ ਇਹ ਮੈਨੂੰ ਦੇ ਦਿੰਦੇ ਆ ਤੇ ਮੇਰਾ 8 ਮਹੀਨਿਆਂ ਦਾ ਸਿੱਧਾ ਚੱਲ ਜਾਂਦਾ ਹੈਗਾ ਡ੍ਰੌਪ। 8 ਮਹੀਨਿਆਂ ਲਈ ਕੌਣ ਜ਼ਿੰਮੇਵਾਰੀ ਲੈਂਦਾ ਜੀ? ਇਹਦੀ ਬਾਈ ਨੇ ਬਿਲਸ ਪੇ ਕਰਨੇ ਗੱਲਾਂ ਕਹਿ ਰਿਹਾ ਉਹ ਜਿਹਦੇ ਨਾਲ ਵੀ ਹੋਈਆਂ ਫੇਲ ਹੋ ਰਿਹਾ ਉਸ ਗੱਲ ਨੂੰ ਲੈ। ਹਾਂਜੀ, ਬਾਈ ਨੇ ਬਿਲਸ ਭਰਨੇ ਨੇ,
ਰੈਂਟ ਭਰਨਾ ਆ, ਗਰੋਸਰੀਜ਼ ਮੇਰੇ ਆ, ਤੋਂ mail ਆਈ ਬਹੁਤ ਖਰਚੇ ਹੋ ਜਾਂਦੇ ਆ। ਮਾਪੇ ਭੇਜਦੇ ਆ ਜਾਂ ਕਿਵੇਂ ਵੀ ਆ, ਜਾਂ ਚਲੋ ਅਫੀਸ਼ੀਅਲ ਡ੍ਰੌਪ ਦੇ ਵਿੱਚ ਤਾਂ ਬਾਈ ਕੰਮ ਕਰ ਲੂਗਾ, ਅਨਅਫੀਸ਼ੀਅਲ ਬਾਈ ਕੋਲੇ ਕੀ ਸਟੇਟਸ ਆ, ਕਿਹੜੇ ਬੇਸ ਤੇ ਕੰਮ ਕਰੂਗਾ ਬਾਈ, ਕਿੱਦਾਂ ਖਰਚਾ ਕੱਢੂਗਾ ਆਪਣਾ। ਮੁੜ ਕੇ ਅਗਲੇ ਕਹਿ ਦੇਣਗੇ ਤੁਸੀਂ 2 ਨੰਬਰ 'ਚ ਹੋ ਗਏ, ਚਲੋ ਵਾਪਸ। ਉਹੀ ਤਾਂ ਗੱਲ ਆ ਨਾ ਵੀਰੇ, 8 ਮਹੀਨੇ ਲਈ 8 ਮਹੀਨੇ ਬਹੁਤ ਟਾਈਮ ਹੁੰਦਾ ਆ। 8 ਮਹੀਨੇ 'ਚ ਬੰਦੇ ਦੇ 2 ਸਮੈਸਟਰ ਮੁੱਕ ਜਾਂਦੇ ਆ। ਚਲੋ ਇੱਕ ਤਾਂ ਉਹਨਾਂ ਨੇ ਅਫੀਸ਼ੀਅਲੀ ਲੈ ਲਿਆ, ਇਹ ਦੇਖੋ ਇਹਨਾਂ ਨਾਲ ਵੀ ਹੋ ਰਿਹਾ ਆ। ਚਲੋ ਸਾਨੂੰ ਤਾਂ ਕਹਿ ਦੇਣਗੇ ਵੀ ਤੁਹਾਨੂੰ ਇੱਕ ਡ੍ਰੌਪ ਅਸੀਂ ਦੇਣਾ ਹੀ ਦੇਣਾ, ਬਾਈ ਨੂੰ 2 ਦਿੱਤੇ ਜਾ ਰਹੇ ਨੇ। ਹਾਂ ਮੇਰੇ ਤੋਂ ਹੈਗੀ ਮੇਲ 150 ਦਿਨ ਹੁੰਦੇ ਆ, 150 ਮੇਲ ਦਿਨ ਤੋਂ ਹੈਗੀ ਬਾਅਦ ਅਫੀਸ਼ੀਅਲ ਡ੍ਰੌਪ ਹੈਗਾ ਵਾ ਮੇਰਾ, ਸਟਾਰਟ ਹੋਣਾ ਸਤੰਬਰ ਤੋਂ। ਆ ਵੇਖੋ ਸਤੰਬਰ 9 ਨੂੰ ਸਟਾਰਟ ਹੋ ਜਾਣਾ ਵਾ। ਕੈਮਰੇ ਦੇ ਵਿੱਚ ਦਿਖਾ। ਉਹ ਕਲੋਜ਼ ਕਰਕੇ ਆਪਾਂ ਲੈ ਲੈਂਦੇ ਬਾਅਦ 'ਚ। ਸੋ ਕਹਿਣ ਦਾ ਮਤਲਬ ਵੀ ਤੁਹਾਨੂੰ ਉਹਨਾਂ ਚਿਰ ਤੁਸੀਂ ਇੱਥੇ ਹੀ ਹੋ ਜਿੰਨਾ ਚਿਰ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਸਾਡੀ ਹੁੰਦੀਆਂ। ਇੱਕੋ ਹੀ ਗੱਲ ਆ, ਹੁਣ ਅਸੀਂ ਇੱਕੋ ਗੱਲ ਤੇ ਅੜੇ ਖੜੇ ਆ। ਇਸ ਕਹਿ ਰਹੇ ਵੀ ਅਸੀਂ ਸਕੈਜੂਲ ਦੇਣ ਨੂੰ ਤਿਆਰ ਆ, ਸਕੈਜੂਲ ਦਿਓ ਨਾਲ। ਸਾਨੂੰ ਸਾਰਿਆਂ ਨੂੰ A to Z ਆਏ ਨਹੀਂ, ਅੱਧਿਆਂ ਨੂੰ ਦੇ ਦਿੱਤਾ, ਅੱਧਿਆਂ ਨੂੰ ਨਹੀਂ ਦਿੱਤਾ। ਸਾਰਿਆਂ ਨੂੰ ਇਨਰੋਲਮੈਂਟ ਲੈਟਰ ਲਿਖ ਕੇ ਨਾਲ ਡਾਇਰੈਕਟਰ ਦੇ ਸਾਈਨ ਹੋਣੇ ਚਾਹੀਦੇ। ਸਾਡੇ ਕੋਲੇ ਲੀਗਲ ਪ੍ਰੂਫ ਹੋਣਾ ਚਾਹੀਦਾ ਕਿ ਕਾਲਜ ਨੇ ਸਾਨੂੰ ਇਹ ਚੀਜ਼ ਦਿੱਤੀ ਸੀ। ਇਹ ਬੋਲ ਕੇ ਕਹਿ ਦੇਣਗੇ, ਅਸੀਂ ਕਿਹਦੇ ਕੋਲੇ ਜਾ ਕੇ ਪੇਸ਼ ਕਰਾਂਗੇ? ਅਸੀਂ ਮੰਨ ਲਓ ਕੱਲ ਨੂੰ ਕੋਰਟ 'ਚ ਪੇਸ਼ ਕਰਦੇ ਆ, ਕੋਰਟ ਨੇ ਕਹਿ ਦੇਣਾ ਵਰਬਲ ਨੂੰ ਅਸੀਂ ਨਹੀਂ ਮੰਨਦੇ। ਤੁਹਾਨੂੰ ਵੀ ਪਤਾ ਆ ਕੋਰਟ ਵਰਬਲ ਚੀਜ਼ ਨਹੀਂ ਮੰਨਦਾ। ਮੈਂ ਮੰਨ ਲਓ ਤੁਹਾਨੂੰ ਕਹਿਤਾ ਮੈਂ ਤੁਹਾਨੂੰ ਐਂ ਦੇ ਦੂੰਗਾ, ਤੁਸੀਂ ਕੋਰਟ 'ਚ ਜਾ ਕੇ ਮੇਰੇ ਤੇ ਕੇਸ ਕਰੋਗੇ, ਕੋਰਟ ਆਖੂਗਾ ਵੀ ਕੋਈ ਨਹੀਂ ਪ੍ਰੂਫ ਦੇ ਮੈਨੂੰ, ਕੀ ਆ ਤੇਰੇ ਕੋਲੇ ਕਿ ਨਹੀਂ ਵੀਰੇ? ਪ੍ਰੂਫ ਮੰਗਣਗੇ ਉਹ। ਪ੍ਰੂਫ ਸਾਡੇ ਕੋਲ ਕੀ ਆ? ਇਨਰੋਲਮੈਂਟ ਲੈਟਰ। ਉਹ ਜੇ ਦੇਣਗੇ ਤਾਂ ਠੀਕ ਆ, ਜੇ ਨਹੀਂ ਦਿੰਦੇ ਤਾਂ ਫਿਰ ਅਸੀਂ ਇੱਥੇ ਹੀ ਬੈਠੇ ਹਾਂ। ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਸਟੂਡੈਂਟਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਰੱਖੀਆਂ ਔਰ ਆਪਣੇ ਨਾਲ ਜਿਹੜੀਆਂ ਉਹਨਾਂ ਦੀਆਂ ਹੋ ਰਹੀਆਂ ਵਧੀਕੀਆਂ ਦੇ ਉਹਨਾਂ ਨੇ ਵਿਰੋਧ ਦੇ ਵਿੱਚ ਆਵਾਜ਼ ਚੱਕੀ ਹੋਈ ਆ। ਔਰ ਇਸ ਆਵਾਜ਼ ਨੂੰ ਉਹਨਾਂ ਚਿਰ ਬੰਦ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਕਾਲਜ ਪ੍ਰਸ਼ਾਸਨ ਆਪਣੇ ਕੰਨੀਆਂ ਕੁਝ ਲਿਖ ਕੇ ਕੋਈ ਆਸ਼ਵਾਸਨ ਨਹੀਂ ਦਿੰਦਾ, ਤਾਂ ਕਿ ਉਹ ਕੱਲ ਨੂੰ ਇੱਥੋਂ ਜੇ ਕਿਤੇ ਚਲੇ ਵੀ ਜਾਂਦੇ ਨੇ ਉਹਨਾਂ ਦੇ ਕਹਿਣ ਤੇ ਦੁਬਾਰਾ ਉਹਨਾਂ ਨੂੰ ਸ਼ਾਇਦ ਲਿਖਤੀ ਰੂਪ ਸ਼ਾਇਦ ਕੁਝ ਨਾ ਮਿਲੇ। ਸੋ ਲੋੜ ਹੈ ਕਿਤੇ ਨਾ ਕਿਤੇ ਕਮਿਊਨਿਟੀ ਨੂੰ ਵੀ ਨਾਲ ਖੜਨ ਦੀ, ਔਰ ਜਿਹੜੇ ਲੋਕਲ MPP ਨੇ ਉਹਨਾਂ ਤੱਕ ਵੀ ਆਵਾਜ਼ ਪਹੁੰਚਾਵਾਂਗੇ ਤਾਂ ਕਿ ਉਹ ਇਹਨਾਂ ਦੀ ਕੋਈ ਵੱਧ ਚੜ੍ਹ ਕੇ ਮਦਦ ਕਰ ਸਕਣ। ਔਰ ਕੈਮਰਾਮੈਨ ਅਨਮੋਲ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਸਕਾਰਬਰੋ, ਕੈਨੇਡਾ।